ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜੋ ਮੰਗਲਾ ਚਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਮਾਤਮਾ ਵਾਹਿਗੁਰੂ ਇੱਕ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ ਤੇ ਅਖੀਰ ਸਾਰਿਆਂ ਨੂੰ ਆਪਣੇ ਵਿੱਚ ਵਿਲੀਨ ਕਰਨ ਵਾਲਾ ਹੈ। ਜਾਗਰਤ ਜਾਗਣ ਦੀ ਜੋ ਅਵਸਥਾ ਹੈ ਇਹਦੇ ਵਿੱਚ ਵੀ ਜੀਵ ਆਤਮਾ ਦੇ ਅੰਦਰ ਉਹ ਪਰਮਾਤਮਾ ਵਿਦਮਾਨ ਹੈ। ਜਿਹੜੀ ਸੁਪਨ ਅਵਸਥਾ ਹੈ ਉਹਦੇ ਵਿੱਚ ਵੀ ਪਰਮੇਸ਼ਰ ਸੁਪਨ ਅਵਸਥਾ ਵਿੱਚ ਵੀ ਵਿਦਮਾਨ ਹੈ। ਔਰ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸੁਖੋਪਤੀ ਜਿਹੜੀ ਗੂੜੀ ਨੀਂਦ ਦੀ ਅਵਸਥਾ ਹੈ ਤਾਮਸੀ ਬਿਰਤੀ ਵਾਲੀ ਉਹਦੇ ਵਿੱਚ ਵੀ ਵਿਦਮਾਨ ਹੈ। ਐਸਾ ਉਹ ਪਰਮਾਤਮਾ ਕੇਵਲ ਤੇ ਕੇਵਲ ਇੱਕੋ ਹੀ ਹੈ। ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਮੰਗਲਾ ਚਰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ ਹੈ ਭਾਈ ਗੁਰਦਾਸ ਜੀ ਕੋਲੋਂ ਹਰ ਇੱਕ ਬਾਣੀ ਦੇ ਆਰੰਭ ਵਿੱਚ ਲਿਖਿਆ ਮਿਲਦਾ ਹੈ। ਇਸ ਕਰਕੇ ਕਵੀ ਜੀ ਨੇ ਸਭ ਤੋਂ ਪਹਿਲਾਂ ਇਹ ਮੰਗਲਾ ਚਰਨ ਕੀਤਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਮੰਗਲਾ ਚਰਨ ਹੈ ਇਹ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ 10ਵੇਂ ਪਾਤਸ਼ਾਹ ਨੇ ਕੀਤਾ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਵਾਹਿਗੁਰੂ ਹੈ ਸਾਰਿਆਂ ਤੋਂ ਸ੍ਰੀ ਕਹੀਏ ਸੁਭਾਏਮਾਨ ਸ਼੍ਰੋਮਣੀ ਸਾਰੀਆਂ ਸ਼ਕਤੀਆਂ ਦਾ ਮਾਲਕ। ਸ੍ਰੀ ਨਾਮ ਮਾਇਆ ਲక్ష్ਮੀ ਦਾ ਵੀ ਹੈ ਜੋ ਮਾਇਆ ਦੇ ਸੰਯੁਕਤ ਹੈ, ਕਿਉਂਕਿ ਮਾਇਆ ਤੋਂ ਰਹਿਤ ਹੋ ਕੇ ਤਾਂ ਸੰਸਾਰ ਦੀ ਰਚਨਾ ਨਹੀਂ ਨਾ ਕਰ ਸਕਦਾ। ਜਦੋਂ ਸੰਸਾਰ ਦੀ ਰਚਨਾ ਕਰਦਾ ਹੈ ਤਾਂ ਮਾਇਆ ਦੇ ਸਹਿਤ ਹੋ ਕੇ ਕਰਦਾ ਹੈ। ਵਾਹਿਗੁਰੂ ਜੋ ਪਰਮੇਸ਼ਰ ਅਸਚਰਜ ਰੂਪ ਹੈ ਉਸ ਨੂੰ ਵਾਹਿ ਕਹਿੰਦੇ ਹਨ। ਜੋ ਪ੍ਰਕਾਸ਼ ਰੂਪ ਹੈ ਹਨੇਰੇ ਨੂੰ ਨਾਸ਼ ਕਰਨ ਵਾਲਾ ਉਸ ਨੂੰ ਗੁਰੂ ਕਹਿੰਦੇ ਹਨ। ਐਸਾ ਉਹ ਵਾਹਿਗੁਰੂ ਅਸਚਰਜ ਰੂਪ ਹੈ, ਅਗਿਆਨਤਾ ਦਾ ਹਨੇਰਾ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਹੈ। ਔਰ ਉਸ ਵਾਹਿਗੁਰੂ ਜੀ ਕੀ ਫਤਿਹ। ਜੰਗ ਦੇ ਵਿੱਚ ਜੋ ਸੂਰਮਿਆਂ ਨੂੰ ਪ੍ਰਾਪਤੀ ਹੁੰਦੀ ਹੈ ਜਿੱਤ, ਉਹਨੂੰ ਫਤਿਹ ਕਹਿੰਦੇ ਹਨ। ਇਸ ਸੰਸਾਰ ਵਿੱਚ ਉਸ ਅਕਾਲ ਪੁਰਖ ਦੀ ਜਿੱਤ ਹੁੰਦੀ ਹੈ, ਬਾਕੀ ਸੰਸਾਰ ਤੇ ਕੋਈ ਵੀ ਜੇਤੂ ਨਹੀਂ ਹੈ। ਅਖੀਰ ਨੂੰ ਸਾਰੇ ਹਾਰ ਜਾਂਦੇ। ਸਿਕੰਦਰ ਵਰਗੇ ਜੇਤੂ ਸਾਰੀ ਧਰਤੀ ਜਿੱਤ ਕੇ ਵੀ ਅਖੀਰ ਹਾਰ ਗਏ ਸਨ। ਇਸ ਕਰਕੇ ਸੰਸਾਰ 'ਚ ਕੋਈ ਜੇਤੂ ਨਹੀਂ ਹੈ, ਇੱਕੋ ਜੇਤੂ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਵੀ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਦੇ ਆਰੰਭ ਵਿੱਚ ਵੀ ਇਹ ਮੰਗਲਾ ਚਰਨ ਇੱਕ ਦੋਹਰੇ ਵਿੱਚ ਦੇ ਰੂਪ ਵਿੱਚ ਲਿਖਿਆ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਦੋਵਾਂ ਗ੍ਰੰਥਾਂ ਦਾ, ਕਿਉਂਕਿ ਪੁਰਾਤਨ ਖਾਲਸੇ 'ਚ ਦੋਵੇਂ ਗੁਰੂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਹੁੰਦਾ ਸੀ। ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਦੋਵੇਂ ਗੁਰੂ ਗ੍ਰੰਥ ਸਾਹਿਬਾਂ ਦਾ ਪ੍ਰਕਾਸ਼ ਹੁੰਦਾ ਸੀ। ਕੇਸਗੜ੍ਹ ਸਾਹਿਬ ਵੀ, ਹਜ਼ੂਰ ਸਾਹਿਬ, ਪਟਨਾ ਸਾਹਿਬ ਤਾਂ ਹੁਣ ਵੀ ਹੁੰਦਾ ਹੈ। ਸੋ ਇਹ ਦੋਵੇਂ ਗੁਰੂ ਗ੍ਰੰਥ ਸਾਹਿਬ ਹਨ, ਆਦਿ ਗੁਰੂ ਗ੍ਰੰਥ ਸਾਹਿਬ ਤੇ ਦਸਮ ਗੁਰੂ ਗ੍ਰੰਥ ਸਾਹਿਬ। ਇਹਨਾਂ ਦੀ ਜੋ ਮੰਗਲਾ ਚਰਨ ਹੈ ਉਹ ਦੋਵਾਂ ਨੂੰ ਕਵੀ ਜੀ ਪਹਿਲਾਂ ਲਿਖ ਰਹੇ ਹਨ। ਦੋਹਰਾ ਸਾਰਦ ਭਾਰਤ ਨਾਰਦ ਹੈ, ਭਾਰਤ ਇੰਦ ਮਨਿੰਦ। ਹੁਣ ਜੋ ਬਾਣੀ ਦੀ ਸ਼ਕਤੀ ਹੈ ਜਿਸ ਨੂੰ ਲੋਕ ਸਰਸਵਤੀ ਕਹਿੰਦੇ ਹਨ, ਸ਼ਾਰਦਾ ਵੀ ਕਹਿੰਦੇ ਹਨ, ਕਹਿੰਦੇ ਉਹ ਜਿਹੜੀ ਸ਼ਰਦ ਰੁੱਤ ਦੇ ਬੱਦਲਾਂ ਵਰਗੀ ਚਿੱਟੀ ਹੈ। ਜਿਵੇਂ ਕੱਤਕ ਦੇ ਮਹੀਨੇ 'ਚ ਸਾਧ ਸੰਗਤ ਜੀ ਬੱਦਲ ਤੁਸੀਂ ਦੇਖੋਗੇ ਨਾ ਚਿੱਟੇ ਹੋ ਜਾਂਦੇ ਆ। ਸਾਵਣ ਦੇ ਵਿੱਚ ਬੱਦਲ ਨੀਲੇ ਕਾਲੇ ਹੁੰਦੇ ਆ, ਪਰ ਜਦੋਂ ਕੱਤਕ ਦਾ ਮਹੀਨਾ ਆਉਂਦਾ ਤੇ ਬੱਦਲ ਚਿੱਟੇ ਹੋ ਜਾਂਦੇ ਆ। ਇਸ ਕਰਕੇ ਜੋ ਚੰਡੀ ਦਾ ਜੋ ਸਰਸਵਤੀ ਦਾ ਰੂਪ ਹੈ ਉਹ ਸਰਸਵਤੀ ਦਾ ਰੂਪ ਸਾਧ ਸੰਗਤ ਜੀ ਸ਼ਾਰਦ ਭਾਰਤ ਕਹਿੰਦੇ ਸ਼ਰਦ ਰੁੱਤ ਦੇ ਬੱਦਲਾਂ ਵਰਗਾ ਚਿੱਟਾ ਹੈ। ਫਿਰ ਦੂਜੀ ਮਿਸਾਲ ਦਿੱਤੀ ਨਾਰਦ ਹੈ। ਨਾਰਦ ਮੁਨੀ ਦਾ ਸਰੂਪ ਵੀ ਚਿੱਟਾ ਹੈ, ਕਿਉਂਕਿ ਨਾਰਦ ਭਗਤੀ ਕਰਦਾ ਹੈ ਤੇ ਭਗਤੀ ਦਾ ਸਰੂਪ ਉਜਲਾ ਹੁੰਦਾ ਹੈ। ਭਗਤ ਦਾ ਮੁਖ ਉਜਲਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਪਾਰਦ ਇੰਦ ਮਨਿੰਦ, ਪਾਰੇ ਦਾ ਰੰਗ ਵੀ ਚਿੱਟਾ ਹੁੰਦਾ। ਜਿਨ੍ਹਾਂ ਨੇ ਪਾਰਾ ਮਰਕਰੀ ਵੇਖਿਆ ਹੋਵੇਗਾ ਉਹ ਪਾਰਾ ਜਿਹੜਾ ਹੈ ਮਰਕਰੀ ਉਹ ਵੀ ਚਿੱਟਾ ਹੁੰਦਾ ਹੈ। ਇੰਦ ਕਹਿੰਦੇ ਚੰਦਰਮਾ ਤੇ ਮਨਿੰਦ ਕਹਿੰਦੇ ਸਮਾਨ। ਚੰਦਰਮਾ ਦੇ ਸਮਾਨ ਉਜਲਾ ਮੁਖ ਹੈ ਦੇਵੀ ਦਾ। ਕਿਹੜੀ ਦੇਵੀ ਦਾ? ਜਿਸ ਨੂੰ ਆਪਾਂ ਬਾਣੀ ਕਹਿੰਦੇ ਹਾਂ, ਸਰਸਵਤੀ ਕਹਿੰਦੇ ਹਾਂ, ਜੋ ਬੋਲਣ ਦੀ ਸ਼ਕਤੀ ਹੈ, ਜੋ ਸੰਸਾਰ ਨੂੰ ਗਿਆਨ ਦਿੰਦੀ ਹੈ। ਇਹ ਵਾਹਿਗੁਰੂ ਨੇ ਸਾਡੇ ਕੰਠ ਵਿੱਚ ਪਾਈ ਹੋਈ ਹੈ। ਜਿਨ੍ਹਾਂ ਕੋਲ ਨਹੀਂ ਹੈ, ਗੂੰਗੇ ਹਨ, ਬੋਲ ਨਹੀਂ ਸਕਦੇ, ਉਹਨਾਂ ਨੂੰ ਪੁੱਛੋ ਇਹਦੀ ਵੈਲਿਊ ਕੀ ਹੈ। ਇਸ ਕਰਕੇ ਇਹ ਜਿਹੜੀ ਬਾਣੀ ਦੀ ਸ਼ਕਤੀ ਹੈ ਵਾਹਿਗੁਰੂ ਦੀ, ਇਹਦਾ ਪਹਿਲਾਂ ਆਵਾਹਨ ਕੀਤਾ ਜਾਂਦਾ। ਗੁਰੂ ਸਾਹਿਬ ਵੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਉਹ ਜਿਹੜੀ ਬਾਣੀ ਹੈ ਨਾ ਅਕਾਲ ਪੁਰਖ ਦੇ
ਦੁਆਰਾ ਪ੍ਰਗਟ ਹੋਈ ਹੈ, ਗਿਆਨ ਦਾ ਸੋਮਾ ਪ੍ਰਗਟ ਹੋਇਆ ਹੈ, ਉਸ ਨੂੰ ਨਮਸਕਾਰ ਹੈ। ਵਰਨ ਰੂਪ ਕੋ ਵਰਨ ਬਰ ਨਮੋ ਚਰਨ ਅਰਬਿੰਦ। ਕਹਿੰਦੇ ਉਹਦੇ ਰੂਪ ਦਾ ਵਰਣਨ ਕਰਕੇ, ਕਥਨ ਕਰਕੇ, ਉਸ ਸ਼ਕਤੀ ਨੂੰ ਚਰਨ ਬੰਦਨਾ ਕਰਕੇ ਮੈਂ ਇਹ ਗ੍ਰੰਥ ਦੀ ਰਚਨਾ ਕਰਦਾ ਹਾਂ। ਸ਼੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ। ਹੁਣ ਗੁਰੂ ਸਾਹਿਬਾਂ ਦਾ ਮੰਗਲਾਚਰਨ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਚੌਥੇ ਸਤਿਗੁਰੂ ਰਾਮਦਾਸ ਜੀ ਮਹਾਰਾਜ ਤੇ ਪੰਚਮ ਪਾਤਸ਼ਾਹ ਮਹਾਰਾਜ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਦੇਵ ਜੀ ਮਹਾਰਾਜ। ਹਰ ਗੋਬਿੰਦ ਹਰ ਰਾਏ ਗੁਰ, ਹਰੀ ਕ੍ਰਿਸ਼ਨ ਪਗ ਮਨ। ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨ ਮਨਾ ਕੇ। ਤੇਗ ਬਹਾਦਰ ਦਸਮ ਗੁਰ, ਸਭ ਕੇ ਚਰਨ ਮਨਾਏ। ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਤੇ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ, ਸਾਰੇ 10 ਗੁਰੂਆਂ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਚਰਨਾਂ ਨੂੰ ਮਨਾ ਕੇ। ਰੁਤ ਬਰਣੋ ਅਬ ਤੀਸਰੀ, ਜਿਮ ਦੇਵੀ ਬਿਦਤਾਏ। ਹੁਣ ਮੈਂ ਤੀਸਰੀ ਰੁੱਤ ਵਰਣਨ ਕਰਨ ਲੱਗਾ ਹਾਂ, ਜਿਹਦੇ ਵਿੱਚ ਚੰਡੀ ਪ੍ਰਗਟ ਹੋਣੀ ਹੈ। ਕਿਉਂਕਿ ਜਦੋਂ ਖਾਲਸਾ ਸਾਜਿਆ, ਗੁਰਸਿਮਰ ਮਨਾਈ ਕਾਲਕਾ, ਖੰਡੇ ਕੀ ਵੇਲਾ, ਜੰਗ ਯੁੱਧ ਦਾ ਸਮਾਂ ਆ ਗਿਆ ਸੀ। ਇਸ ਕਰਕੇ ਹੁਣ ਮਾਲਾ ਫੇਰਨ ਨਾਲ ਗੁਜ਼ਾਰਾ ਨਹੀਂ ਸੀ ਹੋਣਾ, ਚੰਡੀ ਗਾਤਰੇ ਪਾਣੀ ਪੈਣੀ ਸੀ। ਉਹ ਚੰਡੀ ਨੂੰ ਪ੍ਰਗਟ ਕੀਤਾ ਸੱਚੇ ਪਾਤਸ਼ਾਹ ਨੇ। ਉਹ ਕਿਸ ਤਰ੍ਹਾਂ ਕੀਤਾ, ਇਸ ਰੁੱਤ ਵਿੱਚ ਵਰਣਨ ਹੋਵੇਗਾ। ਇਸੇ ਰੁੱਤ ਵਿੱਚ ਹੀ ਵਰਣਨ ਹੋਵੇਗਾ ਕਿ ਚੰਡੀ ਪ੍ਰਗਟ ਕਰਨ ਤੋਂ ਬਾਅਦ ਸਤਿਗੁਰੂ ਖਾਲਸਾ ਪੰਥ ਪ੍ਰਗਟ। ਕਿਉਂ ਖਾਲਸਾ ਚੰਡੀ ਦਾ ਹੀ ਰੂਪ ਹੈ, ਇਹ ਸ਼ਕਤੀ ਹੈ, ਇਹ ਨਾ ਸਾਧਾਂ ਦਾ ਟੋਲਾ ਨਹੀਂ ਹੈ ਖਾਲਸਾ, ਇਹ ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਹੈ ਸਾਧ ਸੰਗਤ ਜੀ। ਇਸ ਕਰਕੇ ਇਸ ਪ੍ਰਕਰਨ ਨੂੰ ਜਿਹੜਾ ਸਮਝ ਲਵੇ ਚੰਗੀ ਤਰ੍ਹਾਂ, ਉਹਨੂੰ ਖਾਲਸੇ ਦੀ ਫਿਲਾਸਫੀ ਦੀ ਸਮਝ ਆਉਣੀ ਹੈ। ਪਿਛਲੇ 100-150 ਸਾਲ ਵਿੱਚ ਬੜਾ ਹੀ ਧੁੰਦੂਕਾਰਾ ਮਚਿਆ ਹੋਇਆ ਹੈ। ਜਦੋਂ ਦਾ ਖਾਲਸੇ ਪੰਥ ਦੇ ਵਿੱਚ ਬਾਹਰ ਦੀਆਂ ਤਾਕਤਾਂ ਨੇ ਆ ਕੇ ਪ੍ਰਵੇਸ਼ ਕੀਤਾ, ਉਹਨਾਂ ਨੇ ਸਾਡੇ ਸਾਰੇ ਗ੍ਰੰਥਾਂ ਉੱਤੇ ਸ਼ੰਕੇ ਖੜ੍ਹੇ ਕਰਕੇ ਤੇ ਸਾਰੇ ਸਿਧਾਂਤਾਂ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ। ਸਿੰਘ ਸਭਾ ਲਹਿਰ ਉੱਤੇ ਵੀ ਇਹਦਾ ਪ੍ਰਭਾਵ ਰਿਹਾ ਹੈ, ਜਿਸ ਕਰਕੇ ਖਾਲਸਾ ਪੰਥ ਅੱਜ ਤੱਕ ਆਪਣੇ ਗ੍ਰੰਥਾਂ ਨੂੰ ਆਪ ਹੀ ਭੰਡਦਾ ਆਇਆ। ਪਰ ਹੁਣ ਕਵੀ ਜੀ ਲਿਖ ਰਹੇ ਆ ਕਿ ਜਿਵੇਂ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਨੂੰ ਖਾਲਸੇ ਪੰਥ ਵਿੱਚ ਪ੍ਰਗਟ ਕਰਕੇ ਚੰਡੀ ਨੂੰ ਖਾਲਸੇ ਦੀ ਸਿਰਜਣਾ ਕਰਨਗੇ, ਉਹ ਕਥਾ ਵਰਣਨ ਕਰਾਂਗੇ। ਜਿਜ ਖੋਜਨ ਹਿਤ ਸਤਿਗੁਰੂ, ਚਿਤਵਤ ਅਨਕ ਉਪਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਉਪਾਅ ਸੋਚਦੇ ਹਨ, ਕੋਈ ਐਸਾ ਵਿਦਵਾਨ ਪੰਡਤ ਲੱਭੇ ਜਿਹੜਾ ਚੰਡੀ ਦੀ ਵਿਧੀ ਜਾਣਦਾ ਹੋਵੇ, ਚੰਡੀ ਪ੍ਰਗਟ ਕਰਨ ਦੀ ਜੁਗਤੀ ਜਾਣਦਾ ਹੋਵੇ। ਮੱਖ ਮਿਸ ਕਰ ਬਹੁ ਦੇਸ਼ ਤੇ ਲੀਨੇ ਬ੍ਰਿੰਦ ਬੁਲਾਏ। ਤੇ ਮਹਾਰਾਜ ਨੇ ਹੁਣ ਹਿੰਦੁਸਤਾਨ ਦੇ ਵਿੱਚੋਂ ਵੱਖਰੇ ਵੱਖਰੇ ਦੇਸ਼ਾਂ ਚੋਂ, ਸ਼ਹਿਰਾਂ ਚੋਂ, ਮੁਲਕਾਂ ਚੋਂ, ਹਿੰਦੁਸਤਾਨ ਦੇ ਵੱਖਰੇ ਵੱਖਰੇ ਇਲਾਕਿਆਂ ਚੋਂ, ਤੀਰਥਾਂ ਤੋਂ ਯੱਗ ਦਾ ਬਹਾਨਾ ਕਰਕੇ ਵੀ ਅਸੀਂ ਯੱਗ ਕਰਨਾ ਹੈ ਤੇ ਬ੍ਰਾਹਮਣਾਂ ਨੂੰ ਬੁਲਾਓ। ਸਾਰੇ ਬ੍ਰਾਹਮਣ, ਕਿਉਂਕਿ ਸਮਾਜ ਨੂੰ ਹੀ ਉੱਚਾ ਚੁੱਕਣਾ ਸੀਗਾ ਤੇ ਸਮਾਜ ਨੂੰ ਚੁੱਕਣ ਲਈ ਸਮਾਜ ਨੂੰ ਤੋਲਣਾ ਸੀ, ਦੇਖਣਾ ਸੀ ਵੀ ਸਮਾਜ ਦੀ ਸੁਰਤ ਕਿੱਥੇ ਖੜੀ ਹੋਈ ਹੈ। ਉਸ ਵੇਲੇ ਸਾਧ ਸੰਗਤ ਜੀ ਸਾਰੇ ਦੇਸ਼ ਦੇ ਆਗੂ ਕੌਣ ਸਨ? ਬ੍ਰਾਹਮਣ। ਮਹਾਰਾਜ ਦੀ ਬਾਣੀ 'ਚ ਵੀ ਬਚਨ ਆਉਂਦਾ, ਕਬੀਰ ਸਾਹਿਬ ਨੇ ਬੜੇ ਐਲਾਨੀਆਂ ਤੌਰ ਨਾਲ ਕਿਹਾ, ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਕਹਿੰਦੇ ਜਗਤ ਦਾ ਗੁਰੂ ਹੈ ਬਾਹਮਣ, ਭਗਤਨ ਕਾ ਗੁਰ ਨਾਏ। ਭਗਤਾਂ ਦਾ ਗੁਰੂ ਨਹੀਂ, ਲੋਕਾਂ ਦਾ ਗੁਰੂ ਹੈ। ਤੇ ਜਿਹੜੇ ਲੋਕ ਹਨ ਉਹ ਹੁਣ ਗੁਲਾਮ ਬਣ ਚੁੱਕੇ ਹਨ ਤੇ ਗੁਰੂ ਜਿਹੜੇ ਹਨ ਉਹ ਆਪਣੇ ਲੋਕਾਂ ਦੀ ਗੁਲਾਮੀ ਕੱਟਣ ਜੋਗੇ ਨਹੀਂ ਹਨ। ਹੁਣ ਅਸਲੀ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਬਹਾਨਾ ਕਰਨਗੇ ਯੱਗ ਦਾ। ਜੱਗ ਦੇ ਵਿੱਚ ਸਾਰੇ ਜਾਤਾਂ ਦੇ ਬ੍ਰਾਹਮਣਾਂ ਨੂੰ ਸੱਦਿਆ ਹੈ। ਟੋਟਕ ਛੰਦ ਧਨ ਦੇਹੀ ਘਨੂ ਸਭ ਸੰਗ ਭਨਿਓ। ਤੇ ਨਾਲ ਨਿਉਂਦਾ ਭੇਜਿਆ ਹੈ, ਇਹ ਕਹਿ ਕੇ ਭੇਜਿਆ ਹੈ ਵੀ ਬੜਾ ਧਨ ਦਿਆਂਗੇ, ਜਿਹੜਾ ਵੀ ਸਾਡੇ ਜੱਗ 'ਚ ਬ੍ਰਾਹਮਣ ਆਵੇਗਾ ਉਹਨੂੰ ਇੰਨੀ ਦਾਨ ਦਛਨਾ ਦਿਆਂਗੇ, ਮਾਲਾ ਮਾਲ ਕਰ ਦਿਆਂਗੇ। ਕਿਮ ਦੇਸ਼ ਵਿਦੇਸ਼ ਮੁਝਾਰ ਸੁਣਿਓ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਧ ਸੰਗਤ ਜੀ ਇਹ ਖਬਰ ਪਹੁੰਚ ਗਈ ਵੀ ਅਨੰਦਪੁਰ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜਾ ਭਾਰੀ ਯੱਗ ਕਰ ਰਹੇ ਹਨ ਅਤੇ ਜਿਹੜਾ ਵੀ ਬ੍ਰਾਹਮਣ ਜਾਏਗਾ ਦਾਨ ਦਛਨਾ ਦੇ ਕੇ ਗੁਰੂ ਸਾਹਿਬ ਮਾਲਾ ਮਾਲ ਕਰ ਦੇਣਗੇ। ਵਿੱਚ ਆਗਮ ਵੇਦ ਸ਼ਰੂਤੀ ਬ੍ਰਿਤ ਜੇ। ਜਿਹੜੇ ਬ੍ਰਾਹਮਣ ਵੇਦਾਂ ਦੇ, ਸ਼ਾਸਤਰਾਂ ਦੇ, ਸ਼ਰੂਤੀਆਂ ਦੇ ਗਿਆਤਾ ਹਨ।
ਬਿਤ ਭੇਦ ਖੜੰਗਨ ਕੇ ਜਿਤ ਜੇ। ਜਿਹੜੇ ਵੇਦ ਦੇ ਖਟ ਅੰਗ ਹਨ, ਕਲਪ, ਸਿਕਸ਼ਾ, ਜੋਤਿਸ਼, ਨਿਰੁਕਤ, ਵਿਆਕਰਨ, ਇਹ ਜਿਹੜੇ ਸਾਧ ਸੰਗਤ ਜੀ ਵੇਦ ਦੇ ਖਟ ਅੰਗ ਮੰਨੇ। 6 ਅੰਗ ਵੇਦ ਦੇ ਪੜੋਗੇ ਤਾਂ ਵੇਦ ਦਾ ਗਿਆਨ ਹੁੰਦਾ ਹੈ। ਜੇ ਵਿਆਕਰਨ ਨਾ ਪੜ੍ਹੀਏ ਤਾਂ ਵੀ ਵੇਦ ਨਹੀਂ ਪੜ੍ਹਿਆ ਜਾ ਸਕਦਾ। ਜੇ ਨਿਰੁਕਤ ਦਾ ਗਿਆਨ ਨਾ ਹੋਵੇ ਤਾਂ ਵੀ ਵੇਦ ਦਾ ਗਿਆਨ ਨਹੀਂ ਹੁੰਦਾ। ਜੇ ਕਲਪ ਔਰ ਸਿਕਸ਼ਾ ਦਾ ਗਿਆਨ ਨਾ ਹੋਵੇ ਤਾਂ ਵੀ ਵੇਦ ਦਾ ਗਿਆਨ ਨਹੀਂ ਹੁੰਦਾ। ਔਰ ਜੇ ਸਾਧ ਸੰਗਤ ਜੀ ਜੋਤਿਸ਼ ਦਾ ਗਿਆਨ ਨਾ ਹੋਵੇ, ਜੋਤਿਸ਼ ਵੀ 2 ਪ੍ਰਕਾਰ ਦਾ ਹੈ। ਇੱਕ ਤਾਂ ਫਲਾਦੇਸ਼ ਦੱਸਣ ਵਾਲਾ ਹੈ, ਇੱਕ ਸਾਧ ਸੰਗਤ ਜੀ ਗ੍ਰਹਿ ਨਛੱਤਰਾਂ ਦੀ ਚਾਲ, ਸਮੇਂ ਦੀ ਚਾਲ ਦੱਸਣ ਵਾਲਾ ਹੈ। ਇਹ ਦੋਵਾਂ ਦਾ ਗਿਆਨ ਹੋਵੇ, ਇਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਵੇ ਤਾਂ ਜਾ ਕੇ ਵੇਦ ਨੂੰ ਪੜ੍ਹਿਆ ਜਾਂਦਾ ਹੈ। ਵੇਦ ਪੜ੍ਹਨਾ ਕੋਈ ਸੌਖਾ ਕੰਮ ਨਹੀਂ। ਹਰ ਇੱਕ ਵਿਦਿਆ ਦਾ ਆਪਣਾ ਆਪਣਾ ਮੈਥਡ ਹੁੰਦਾ ਹੈ, ਤਰੀਕਾ ਹੁੰਦਾ ਹੈ। ਜਿਹੜੇ ਖਟ ਅੰਗ ਵੇਦ ਦੇ ਜਾਣਦੇ ਹਨ, ਐਸੇ ਵਿਦਵਾਨਾਂ ਨੂੰ ਗੁਰੂ ਜੀ ਨੇ ਸੱਦਿਆ ਹੈ। ਸਭ ਵੇਦ ਸੋ ਮੰਤਰਨ ਗਿਆਤ ਧਰੈ। ਜਿਹੜੇ ਵੇਦ ਦੇ ਸਾਰੇ ਮੰਤਰਾਂ ਦਾ ਗਿਆਨ ਰੱਖਦੇ ਹਨ, ਜਿਨ ਕੋ ਪਠ ਦੇਵ ਪ੍ਰਸੰਨ ਕਰੈ। ਇਹੋ ਜਿਹੇ ਮੰਤਰ ਪੜ੍ਹ ਕੇ ਦੇਵਤਿਆਂ ਨੂੰ ਪ੍ਰਸੰਨ ਕਰਨਾ ਜਾਣਦੇ ਹਨ। ਕਿਉਂਕਿ ਲੱਖ ਤੋਂ ਉੱਤੇ ਵੇਦ ਦਾ ਮੰਤਰ ਹੈ। ਉਹ 1 ਲੱਖ ਮੰਤਰ ਦੇ ਵਿੱਚੋਂ ਸਾਧ ਸੰਗਤ ਜੀ ਕੋਈ ਚੰਡੀ ਪ੍ਰਗਟ ਕਰਨ ਦੇ ਹਨ, ਕੋਈ ਸਰਸਵਤੀ ਨੂੰ ਪ੍ਰਗਟ ਕਰਨ ਦੇ ਹਨ, ਕੋਈ ਸਾਧ ਸੰਗਤ ਜੀ ਲక్ష్ਮੀ ਨੂੰ ਪ੍ਰਗਟ ਕਰਨ ਦੇ ਹਨ, ਕੋਈ ਨਿਰਗੁਣ ਸਰੂਪ ਦੀ ਵਿਆਖਿਆ ਹੈ, ਬ੍ਰਹਮ ਦੀ ਵਿਆਖਿਆ, ਉਹਨੂੰ ਉਪਨਿਸ਼ਦ ਕਹਿੰਦੇ ਹਨ। ਵੇਦ ਦੇ 3 ਅੰਗ ਹਨ, ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਗਿਆਨ ਕਾਂਡ। ਗਿਆਨ ਕਾਂਡ ਤਾਂ ਉਹ ਹੈ ਜਿੱਥੇ ਸਿਰਫ ਆਤਮਾ ਤੇ ਪ੍ਰਮਾਤਮਾ ਦੀ ਵਿਚਾਰ ਹੋਈ ਹੈ, ਉੱਥੇ ਕੋਈ ਸੰਸਾਰ ਦੀ ਗੱਲ ਨਹੀਂ ਹੈ। ਪਰ ਜਿਹੜੇ ਬਾਕੀ ਕਰਮ ਕਾਂਡ ਹੈ, ਉਹਦੇ 'ਚ ਕਰਮ ਕਿਵੇਂ ਕਰੀਦਾ, ਵਿਆਹ ਸ਼ਾਦੀਆਂ ਕਿਵੇਂ ਕਰਾਈ ਜਾਂਦੀਆਂ ਨੇ, ਮਰੇ ਗਲੇ ਦਾ ਭੋਗ ਕਿਰਿਆ ਕਿਵੇਂ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਦੱਸੀਆਂ ਜਾਂਦੀਆਂ। ਉਹਨੂੰ ਕਹਿੰਦੇ ਕਰਮ ਕਾਂਡ। ਸਾਰਾ ਰੀਤੀ ਰਿਵਾਜ, ਰਹਿਤ ਮਰਜ਼ਾਦਾ ਜਿਹਨੂੰ ਆਪਾਂ ਕਹਿੰਦੇ ਆ, ਉਹ ਜਿਹੜੇ ਸਾਰੇ ਭੇਦ ਜਾਣਦੇ ਹਨ, ਉਹਨਾਂ ਬ੍ਰਾਹਮਣਾਂ ਨੂੰ, ਵਿਦਵਾਨ ਬ੍ਰਾਹਮਣਾਂ ਨੂੰ ਸਤਿਗੁਰੂ ਜੀ ਨੇ ਨਿਉਂਦਾ ਭੇਜਿਆ ਹੈ। ਅਵਨਾਦ ਕਰੀਤ ਪਛਾਨਤ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਬ੍ਰਾਹਮਣਾਂ ਨੂੰ ਸੱਦਿਆ ਹੈ ਜਿਹੜੇ ਹਵਨ ਕਰਨਾ ਵੀ ਜਾਣਦੇ ਨੇ, ਯੱਗ ਕਰਨਾ ਵੀ ਜਾਣਦੇ ਨੇ, ਜਿਨ੍ਹਾਂ ਨੂੰ ਹਵਨ ਦੀ ਸਾਰੀ ਵਿਧੀ ਆਉਂਦੀ ਹੈ। ਸਭ ਪੂਜਨ ਕੀ ਵਿਧ ਜਾਣਤ ਹੈ। ਪੂਜਾ ਦੀ ਵਿਧੀ ਆਉਂਦੀ ਹੈ, ਦੇਵਤਿਆਂ ਨੂੰ ਕਿਵੇਂ ਪੂਜਾ ਕਰਨਾ ਹੈ, ਕ੍ਰਿਸ਼ਨ ਭਗਵਾਨ ਦੀ ਪੂਜਾ ਕਿਵੇਂ ਹੁੰਦੀ ਹੈ, ਰਾਮਚੰਦਰ ਜੀ ਦੀ ਪੂਜਾ ਕਿਵੇਂ ਹੁੰਦੀ ਹੈ, ਗਣੇਸ਼ ਜੀ ਦੀ ਪੂਜਾ ਕਿਵੇਂ ਹੁੰਦੀ ਹੈ। ਔਰ ਸਰਸਵਤੀ ਦੀ, ਲక్ష్ਮੀ ਦੀ, ਚੰਡੀ ਦੀ ਪੂਜਾ ਕਿਵੇਂ ਹੁੰਦੀ ਹੈ। ਜਿਹੜੇ ਸਾਰੇ ਭੇਦ ਨੂੰ ਜਾਣਦੇ ਹਨ। ਬ੍ਰਾਹਮਣ ਮਾਨਵ ਭੇਜ ਦੀਏ। ਪਿੰਡਾਂ ਸ਼ਹਿਰਾਂ ਵਿੱਚ ਮਹਾਰਾਜ ਨੇ ਨਿਉਂਦੇ ਲਿਖ ਕੇ ਪੰਡਤਾਂ ਵੱਲ ਭੇਜ ਦਿੱਤੇ ਹਨ ਵੀ ਜਿੱਥੇ ਦਾ ਕੋਈ ਬ੍ਰਾਹਮਣ ਵਿਦਵਾਨ, ਵੇਦਾਂ ਦਾ ਗਿਆਤਾ ਪਤਾ ਲੱਗਦਾ, ਉਹਨੂੰ ਲੈ ਕੇ ਆਓ। ਕਿਉਂਕਿ ਕਾਸ਼ੀ, ਉਜੈਨ, ਮਥੁਰਾ, ਬ੍ਰਿੰਦਾਬਨ ਔਰ ਸਾਧ ਸੰਗਤ ਜੀ ਕਸ਼ਮੀਰ ਅਤੇ ਲਾਹੌਰ, ਮੁਲਤਾਨ, ਸਾਰੇ ਸ਼ਹਿਰਾਂ 'ਚ ਬ੍ਰਾਹਮਣ ਤਾਂ ਰਹਿੰਦੇ ਹੀ ਸਨ। ਉਹ ਵਿਦਵਾਨ ਵੀ ਸਨ, ਬੜੇ ਬੜੇ ਗਿਆਨੀ ਪੰਡਤ ਸਨ, ਉਹਨਾਂ ਨੂੰ ਬੁਲਾਇਆ ਹੈ। ਜਨੇਰ ਕੇ ਦੂਰ ਹੈ ਜਾਣ ਲਈਏ। ਭਾਵੇਂ ਕੋਈ ਨੇੜੇ ਹੈ, ਭਾਵੇਂ ਕੋਈ ਦੂਰ ਹੈ, ਉਹ ਸਾਰੇ ਬ੍ਰਾਹਮਣਾਂ ਨੂੰ ਸਤਿਗੁਰੂ ਜੀ ਨੇ ਸੱਦਿਆ ਹੈ। ਸਭ ਕੋ ਬੁਲਵਾਏ ਆਨੰਦਪੁਰੇ। ਸਭ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾ ਭੇਜਿਆ ਹੈ ਵੀ ਫਲਾਣੀ ਤਰੀਕ ਨੂੰ ਅਸੀਂ ਯੱਗ ਕਰਨਾ, ਉਸ ਤੋਂ ਪਹਿਲਾਂ ਸਾਰੇ ਬ੍ਰਾਹਮਣ ਆ ਜਾਣ। ਉਹ ਆਵਤ ਭੇ ਵੱਡ ਮੇਲ ਕਰੇ। ਕਹਿੰਦੇ ਬ੍ਰਾਹਮਣ ਵਹੀਰਾਂ ਘੱਤ ਕੇ ਚੱਲ ਪਏ, ਕਿਉਂਕਿ ਬ੍ਰਾਹਮਣਾਂ ਨੂੰ ਤਾਂ ਨਿਉਂਦਾ ਮਿਲਣਾ ਚਾਹੀਦਾ। ਕਿਸੇ ਦੇ ਘਰ ਪ੍ਰੋਗਰਾਮ ਹੈ, ਫਟਾਫਟ ਆ ਜਾਂਦੇ, ਦਾਨ ਦਕਸ਼ਨਾ ਜੋ ਲੈਣੀ, ਕਿਉਂ ਬ੍ਰਾਹਮਣ ਦਾ ਗੁਜ਼ਾਰਾ ਹੀ ਇਹਦੇ ਤੇ ਹੈ। ਵਿਦਿਆ ਪੜ੍ਹਨ ਵਾਲਾ ਕੀ ਕਰੇ, ਉਹਨੂੰ ਵਿਦਿਆ ਵਾਸਤੇ, ਵਿਦਿਆ ਦੇ ਪ੍ਰਚਾਰ ਲਈ ਦੂਰ ਜਾਣਾ ਪੈਂਦਾ ਤੇ ਉਹਦੇ ਗੁਜ਼ਾਰੇ ਵਾਸਤੇ ਵੀ ਉਹਨੂੰ ਸੋਚਣਾ ਪੈਂਦਾ। ਸੋ ਬ੍ਰਾਹਮਣ ਲੋਕ ਵਹੀਰਾਂ ਘੱਤ ਕੇ ਸ੍ਰੀ ਆਨੰਦਪੁਰ ਸਾਹਿਬ ਵੱਲ ਤੁਰ ਪਏ ਹਨ। ਇਸ ਪੂਰਬ ਕੇ ਪੁਰ ਕੌਣ ਗਨੇ। ਪੂਰਬ ਦਿਸ਼ਾ ਦੇ ਕਿਹੜੇ ਕਿਹੜੇ ਸ਼ਹਿਰਾਂ ਦਾ ਨਾਂ ਲਈਏ। ਸ਼ਿਵਕੋਪੁਰ ਓ ਮਥਰਾਦ ਘਨੇ। ਸ਼ਿਵ ਜੀ ਮਹਾਰਾਜ ਦੀ ਪੂਰੀ ਬਨਾਰਸ, ਕਾਸ਼ੀ, ਉੱਥੋਂ ਵੀ ਬ੍ਰਾਹਮਣ ਆਏ। ਕਾਸ਼ੀ ਤਾਂ ਵਿਦਵਾਨਾਂ ਦਾ ਗੜ੍ਹ ਹੈ, ਔਰ ਮਥੁਰਾ ਇਸੇ ਤਰ੍ਹਾਂ ਇਲਾਹਾਬਾਦ, ਪ੍ਰਯਾਗਰਾਜ ਔਰ ਸਾਧ ਸੰਗਤ ਜੀ ਅਯੁੱਧਿਆ
ਤੇ ਜਿੰਨੇ ਵੀ ਤੀਰਥ ਹਨ ਪੂਰਬ ਦਿਸ਼ਾ ਦੇ ਵਿੱਚ, ਉੱਥੋਂ ਪੰਡਤਾਂ ਨੂੰ ਸੱਦਾ ਦੇ ਕੇ ਬੁਲਾਇਆ, ਦੂਰੋਂ ਦੂਰੋਂ ਬੁਲਾਇਆ ਹੈ। पुन औद प्रयाग दिल्ली जो भले ਅਯੁੱਧਿਆ, ਪ੍ਰਯਾਗ ਔਰ ਦਿੱਲੀ 'ਚ ਜਿਹੜੇ ਬ੍ਰਾਹਮਣ ਰਹਿੰਦੇ ਹਨ, सुन कै गुरु को मख आए जले ਗੁਰੂ 10ਵੇਂ ਪਾਤਸ਼ਾਹ ਜਗ ਕਰਾ ਰਹੇ ਨੇ, ਉਹਨਾਂ ਨੇ ਸੱਦਾ ਭੇਜਿਆ, ਚਲੋ ਚੱਲੀਏ। ਬ੍ਰਾਹਮਣ ਇੱਕ ਦੂਜੀ ਨੂੰ ਨਾਲ ਲੈ ਲੈ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਆਨੰਦਪੁਰ ਸਾਹਿਬ ਆ ਗਏ ਨੇ। कश्मीर लाहौर जे और कने ਔਰ ਜੰਮੂ ਕਸ਼ਮੀਰ ਵੱਲ ਬੜੇ ਬੜੇ ਵਿਦਵਾਨ ਪੰਡਤ ਰਹਿੰਦੇ, ਕਸ਼ਮੀਰੀ ਬ੍ਰਾਹਮਣ, ਔਰ ਲਾਹੌਰ ਦੇ ਵਿੱਚ ਪੰਜਾਬ ਦੀ ਰਾਜਧਾਨੀ 'ਚ ਬੜੇ ਬ੍ਰਾਹਮਣ ਰਹਿੰਦੇ ਹਨ, ਮੁਲਤਾਨ ਵਿੱਚ ਬੜੇ ਬ੍ਰਾਹਮਣ ਰਹਿੰਦੇ ਹਨ। ਔਰ ਸਾਧ ਸੰਗਤ ਜੀ, ਜਿੰਨੇ ਵੀ ਪੰਜਾਬ ਦੇ ਵਿੱਚ ਬ੍ਰਾਹਮਣ ਹਨ, बहुत थामन के नह सोए गणे ਬੜੀਆਂ ਥਾਵਾਂ ਦੇ ਕਵੀ ਜੀ ਕਹਿੰਦੇ ਮੈਂ ਕਿਹੜੇ ਕਿਹੜੇ ਸ਼ਹਿਰਾਂ ਦਾ ਨਾਂ ਲਵਾਂ, ਵੀ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ, ਸੂਬਿਆਂ ਤੋਂ, ਸਾਰੇ ਇਲਾਕਿਆਂ ਤੋਂ ਵਿਦਵਾਨ ਬ੍ਰਾਹਮਣ ਗੁਰੂ ਜੀ ਨੇ ਸੱਦ ਲਏ ਹਨ। ਹਜ਼ਾਰਾਂ ਲੱਖਾਂ ਬ੍ਰਾਹਮਣਾਂ ਦਾ ਇਕੱਠ ਸ੍ਰੀ ਆਨੰਦਪੁਰ ਸਾਹਿਬ ਕੀਤਾ ਹੈ। बित बेदन के दिज आवत हैं ਔਰ ਸਾਧ ਸੰਗਤ ਜੀ, ਜਿਹੜੇ ਵੇਦਾਂ ਦੇ ਗਿਆਤਾ ਹਨ, ਜਿਨ੍ਹਾਂ ਨੂੰ ਸ਼ਾਸਤਰਾਂ ਦਾ ਗਿਆਨ ਹੈ, ਜਿਨ੍ਹਾਂ ਨੂੰ ਵੇਦਾਂ ਦਾ ਗਿਆਨ ਹੈ, ਸਿਮਰਤੀਆਂ ਦਾ ਗਿਆਨ ਹੈ, ਪੁਰਾਣਾਂ ਦਾ ਗਿਆਨ ਹੈ, ਵਿਆਕਰਣ ਆਦਿਕ ਵਿਦਿਆ ਦੇ ਬੜੇ ਪੰਡਤ, ਪ੍ਰਕਾਂਡ ਪੰਡਤ ਹਨ, ਉਹ ਸਾਰੇ ਸਤਿਗੁਰੂ ਜੀ ਨੇ ਸੱਦ ਲਏ ਹਨ। गुर आनंद मन है पावत हैं ਬੜੇ ਮਨ 'ਚ ਖੁਸ਼ ਹੋ ਕੇ, ਪ੍ਰਸੰਨ ਹੋ ਕੇ ਆਏ ਹਨ। दोहरा बेता विद्या सकल के सो आवत चित चाए ਅਨੇਕਾਂ ਤਰ੍ਹਾਂ ਦੀ ਵਿਦਿਆ ਦੇ ਪੰਡਤ, ਇਹ ਨਹੀਂ ਕਿਉਂਕਿ ਜਿਵੇਂ ਸਾਧ ਸੰਗਤ ਜੀ ਡਾਕਟਰ ਵੀ ਅੱਜ ਕੱਲ੍ਹ ਤੁਸੀਂ ਦੇਖਦੇ ਹੋ, ਕੋਈ ਕੰਨਾਂ ਦਾ ਹੁੰਦਾ, ਕੋਈ ਅੱਖਾਂ ਦਾ ਹੁੰਦਾ, ਕੋਈ ਹਾਰਟ ਦਾ ਹੁੰਦਾ, ਕੋਈ ਦਿਮਾਗ ਦਾ ਹੁੰਦਾ, ਸਪੈਸ਼ਲਿਸਟ ਹੁੰਦੇ ਆ। ਇਹਦੇ ਨਾਲ ਪੰਡਤ ਵੀ ਸਪੈਸ਼ਲਿਸਟ ਹੁੰਦੇ ਆ। ਕੋਈ ਜੋਤਿਸ਼ ਵਿਦਿਆ ਦਾ ਹੁੰਦਾ, ਕੋਈ ਵਿਆਕਰਣ ਦਾ ਹੁੰਦਾ, ਕੋਈ ਨਿਰੁਕਤ ਵਿਦਿਆ ਦਾ ਮਾਹਰ ਹੁੰਦਾ, ਤੇ ਕੋਈ ਹੋਰ ਅਨੇਕਾਂ ਪ੍ਰਕਾਰ ਦੀ ਵਿਦਿਆ ਮਹਾਰਾਜ ਨੇ 14 ਪ੍ਰਕਾਰ ਦੀ ਵਿਦਿਆ ਦਸਮ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਉਹ ਵੱਖਰੀ ਵੱਖਰੀ ਵਿਦਿਆ ਦੇ ਜਿਹੜੇ ਵਿਦਵਾਨ ਪੰਡਤ ਹਨ, ਸਭ ਆਏ ਹਨ। कदर सनासी सतगुरु देह दरब समुदाय ਕਿਉਂਕਿ ਮਹਾਰਾਜ 10ਵੇਂ ਪਾਤਸ਼ਾਹ ਵਿਦਵਾਨਾਂ ਦੇ ਕਦਰ ਸਨਾਸ਼ ਹਨ। ਮਹਾਰਾਜ ਕਦਰ ਕਰਦੇ ਵਿਦਵਾਨਾਂ ਲੋਕਾਂ ਦੀ, ਪੜ੍ਹੇ ਲਿਖੇ ਲੋਕਾਂ ਦੀ, ਤੇ ਜਿਹੜਾ ਵੀ ਕੋਈ ਆਉਂਦਾ ਵਿਦਵਾਨ ਪੰਡਤ, ਉਹਨੂੰ ਮਹਾਰਾਜ ਮਾਲਾ ਮਾਲ ਕਰ ਦਿੰਦੇ ਧਨ ਦੇ ਨਾਲ, ਬਹੁਤ ਦਾਨ ਦਛਨਾ ਦਿੰਦੇ ਵਿਦਿਆ ਵੇਖ ਕੇ। ਇਸ ਕਰਕੇ ਪੰਡਤਾਂ ਨੂੰ ਪਤਾ ਸੀ ਵੀ ਆਨੰਦਪੁਰ ਸਾਹਿਬ ਜਾਵਾਂਗੇ ਤੇ ਖਾਲੀ ਹੱਥ ਨਹੀਂ ਮੁੜਾਂਗੇ। ਉਹ ਬੜੇ ਉਤਸ਼ਾਹ ਦੇ ਨਾਲ ਆਏ ਹਨ। टोटक छंद कह लो गणिए दिज आए गए ਕਵੀ ਜੀ ਕਹਿੰਦੇ ਮੈਂ ਕਿੱਥੋਂ ਤੱਕ ਗਿਣਤੀ ਕਰਾਂ, ਬ੍ਰਾਹਮਣਾਂ ਦਾ ਕੋਈ ਹਿਸਾਬ ਨਹੀਂ ਰਿਹਾ। ਹਜ਼ਾਰਾਂ ਦੀ ਤਾਦਾਦ ਵਿੱਚ ਬ੍ਰਾਹਮਣ ਹੀ ਬ੍ਰਾਹਮਣ, ਜਿੱਧਰ ਵੇਖੋ ਆਨੰਦਪੁਰ ਸਾਹਿਬ ਦੀਆਂ ਗਲੀਆਂ ਬਾਜ਼ਾਰ ਬ੍ਰਾਹਮਣਾਂ ਨਾਲ ਭਰ ਗਏ ਹਨ। गुर आनंद में विश्राम किए ਤੇ ਗੁਰੂ ਸਾਹਿਬ ਨੇ ਉਹਨਾਂ ਦੇ ਵਾਸਤੇ ਵਧੀਆ ਵਧੀਆ ਤੰਬੂ, ਟੈਂਟ ਲਵਾਤੇ, ਕੋਈ ਸਰਾਵਾਂ ਖੋਲ ਦਿੱਤੀਆਂ, ਕਮਰੇ ਖੋਲ ਦਿੱਤੇ, ਤਾਂ ਕਿ ਉਹਨਾਂ ਨੂੰ ਆਰਾਮ ਮਿਲੇ। ਮੰਜੇ ਬਿਸਤਰੇ ਦੇ ਕੇ ਸਤਿਕਾਰ ਨਾਲ ਸਾਰੇ ਬ੍ਰਾਹਮਣਾਂ ਦੀ ਰਿਹਾਇਸ਼ ਦਾ ਬੰਦੋਬਸਤ ਕੀਤਾ ਹੈ। सब चावर चून कृत हाद लहे ਸਾਰੇ ਚਾਵਲ, ਘਿਓ, ਖੰਡ ਲੈ ਕੇ ਖਾਣਾ ਬਣਾ ਕੇ ਖਾਂਦੇ ਹਨ। कर भोजन को दर्शन चहें ਭੋਜਨ ਪ੍ਰਸ਼ਾਦਾ ਛਕਾਇਆ ਆਉਂਦਿਆਂ ਨੂੰ ਪਹਿਲਾਂ, ਫਿਰ ਆ ਕੇ ਮਹਾਰਾਜ 10ਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦੇ ਨੇ। दिज पूजह पुंज सो ढेर किए ਮਹਾਰਾਜ ਕਹਿੰਦੇ ਦਿਜ ਪੁੰਜੈ ਪੁੰਜ ਸੋ ਡੇਰ ਕੀਏ। ਡੇਰੇ ਲੱਗ ਗਏ, ਥਾਂ ਥਾਂ ਤੇ ਬ੍ਰਾਹਮਣਾਂ ਦੇ ਤੰਬੂ ਲੱਗ ਗਏ, ਬ੍ਰਾਹਮਣਾਂ ਦੇ ਵਾਸਤੇ ਸਰਾਵਾਂ ਬਣਾਤੀਆਂ ਟੈਂਪਰੇਰੀ, ਉਹਨਾਂ ਦੀ ਰਿਹਾਇਸ਼ ਦਾ ਪੂਰਾ ਬੰਦੋਬਸਤ ਜਿੰਨਾ ਕਰ ਸਕਦੇ ਸੀ ਸਤਿਗੁਰੂ ਜੀ ਨੇ ਵੱਧ ਚੜ ਕੇ ਕੀਤਾ ਹੈ। बिन विद्या सुविद्या मिलंत पहे ਕਹਿੰਦੇ ਉਹ ਵੀ ਸਨ ਜਿਹੜੇ ਵਿੱਚ ਮਾਤਰ ਘੱਟ ਪੜ੍ਹੇ ਹੋਏ ਸਨ, ਕਈ ਅਨਪੜ੍ਹ ਹੁੰਦੇ ਵਿਚਾਰੇ, ਦਾਨ ਦਛਨਾ ਨੂੰ ਹੀ ਆ ਜਾਂਦੇ ਆ ਵੀ ਚਲੋ ਅਸੀਂ ਭਾਂਡੇ ਮਾਂਜ ਦਿਆਂਗੇ, ਬ੍ਰਾਹਮਣਾਂ ਨੂੰ ਰੋਟੀ। ਬ੍ਰਾਹਮਣ ਦੋ ਤਰ੍ਹਾਂ ਦਾ ਕਹਿੰਦੇ ਕੰਮ ਕਰਦਾ, ਕਹਿੰਦੇ ਰੋਟੀ ਕਰੇ ਰਸੋਈਆ, ਪੜ੍ਹੈ ਸੋ ਪਾਠਕ ਹੋਏ। ਬ੍ਰਾਹਮਣ ਜਾਂ ਤਾਂ ਜੇ ਤੇ ਪੜ੍ਹਿਆ ਹੋਵੇ ਤੇ ਉਹ ਤਾਂ ਫਿਰ ਪੜ੍ਹਾਈ ਕਰਕੇ ਕੋਈ ਸਕੂਲ 'ਚ ਟੀਚਰ ਲੱਗ ਜਾਂਦਾ, ਪਾਧਾ ਲੱਗ ਜਾਂਦਾ, ਕੋਈ ਮੰਦਿਰ 'ਚ ਪੁਜਾਰੀ ਲੱਗ ਜਾਂਦਾ, ਵਿਆਹ ਸ਼ਾਦੀਆਂ ਲੋਕਾਂ ਦੇ ਕਰਾਉਂਦਾ, ਕੋਈ ਲੋਕਾਂ ਦਾ ਪ੍ਰੋਹਤ ਬਣ ਜਾਂਦਾ, ਕੋਈ ਜੋਤਸ਼ੀ ਬਣ ਜਾਂਦਾ, ਪੜ੍ਹੇ ਲਿਖੇ। ਜਿਹੜੇ ਬ੍ਰਾਹਮਣ ਅਨਪੜ੍ਹ ਰਹਿ ਜਾਂਦੇ, ਉਹ ਫਿਰ ਦੂਜੇ ਬ੍ਰਾਹਮਣਾਂ ਦੀ ਤੇ ਖੱਤਰੀਆਂ ਦੀ ਰੋਟੀ ਪਕਾਉਂਦੇ ਆ। ਪਰ ਪਹਿਲੇ ਜ਼ਮਾਨੇ ਬ੍ਰਾਹਮਣਾਂ ਨੂੰ ਰੋਟੀ ਪਕਾਉਣ ਤੇ ਲਾਉਂਦੇ ਸੀ, ਕਿਉਂਕਿ ਸੁੱਚਮ ਦੇ ਨਾਲ ਰੋਟੀ ਪਕਾਉਂਦੇ ਸੀਗੇ। ਇਹਨਾਂ ਨੂੰ ਖਾਣਾ ਬਣਾਉਣ ਦਾ ਢੰਗ ਹੁੰਦਾ ਸੀ, ਪੜ੍ਹੇ ਨਹੀਂ ਸੀ ਹੁੰਦੇ ਵਿਚਾਰੇ,
ਚਲੋ ਇਹਨਾਂ ਵੀ ਚੁੱਲ੍ਹਾ ਚੌਂਕਾ ਸਾਫ਼ ਸੁਥਰਾ ਕਰ ਲੈਂਦੇ ਸੀ ਤੇ ਲੋਕ ਵੀ ਸਮਝਦੇ ਸੀ ਉੱਚੀ ਜਾਤੀ ਵਾਲੇ ਹਨ, ਇਹਨਾਂ ਦੇ ਹੱਥੋਂ ਸਾਰੇ ਖਾ ਲੈਣਗੇ। ਸੋ ਬ੍ਰਾਹਮਣ ਉਹ ਵੀ ਆਏ ਹਨ ਜਿਹੜੇ ਬਹੁਤ ਵਿਦਵਾਨ ਪੇਦਾਂ ਸ਼ਾਸਤਰਾਂ ਦੇ ਪ੍ਰਕਾਂਡ ਗਿਆਨੀ ਹਨ। ਉਹ ਵੀ ਆਏ ਜਿਹੜੇ ਮਾਤੜ ਘੱਟ ਪੜ੍ਹੇ ਹੋਏ ਜਾਂ ਬਿਲਕੁਲ ਨਹੀਂ ਪੜ੍ਹੇ ਹੋਏ, ਆ ਕੇ ਗੁਰੂ ਸਾਹਿਬ ਕੋਲੋਂ ਕੁਝ ਨਾ ਕੁਝ ਤਾਂ ਮਿਲੇਗਾ ਹੀ ਦਾਨ ਦਕਸ਼ਨਾ ਲੈਣ ਵਾਸਤੇ। ਕਹਿੰਦੇ ਹਜ਼ਾਰਾਂ ਹੀ ਇਕੱਠੇ ਹੋ ਗਏ ਤੇ ਮਹਾਰਾਜ ਨੇ ਪਹਿਲੇ ਦਿਨ ਤਾਂ ਸਾਰਿਆਂ ਦਾ ਆਓ ਭਗਤ ਕੀਤੀ, ਸਤਿਕਾਰ ਕੀਤਾ ਤੇ ਫਿਰ ਮਨ 'ਚ ਸੋਚਿਆ ਵੀ ਹੁਣ ਇਹਨਾਂ ਦੀ ਪਰਖ ਕਰ ਲਈਏ। ਇਹਨਾਂ ਦੀ ਪ੍ਰੀਖਿਆ ਕਰ ਲਈਏ ਕਿਉਂਕਿ ਇਹ ਸਮਾਜ ਦੇ ਆਗੂ ਨੇ। ਜੇ ਸਮਾਜ ਦੇ ਆਗੂ ਹੀ ਗਿਰੇ ਹੋਣਗੇ ਤੇ ਉਹ ਸਮਾਜ ਨੂੰ ਉੱਪਰ ਕਿਵੇਂ ਚੁੱਕ ਸਕਣਗੇ। ਇਹ ਵਿਚਾਰ 10ਵੇਂ ਪਾਤਸ਼ਾਹ ਨੇ ਕੀਤੀ ਹੈ ਤੇ ਗੁਰੂ ਸਾਹਿਬ ਨੇ ਆਪਣੇ ਮੁਖੀ ਬੰਦਿਆਂ ਨੂੰ ਦੀਵਾਨ ਆਨੰਦ ਚੰਦ, ਪੰਡਿਤ ਦਇਆ ਰਾਮ ਜੀ ਵਰਗਿਆਂ ਨੂੰ ਆਗਿਆ ਦਿੱਤੀ ਹੈ ਵੀ ਵਧੀਆ ਵਧੀਆ ਪਵਿੱਤਰ ਭੋਜਨ ਤਿਆਰ ਕਰਾਓ, ਵਧੀਆ ਵਧੀਆ ਮਠਿਆਈਆਂ, ਵਧੀਆ ਵਧੀਆ ਸਲੂਣੇ ਤੇ ਭਾਂਤ ਭਾਂਤ ਦੇ 36 ਪ੍ਰਕਾਰ ਦੇ ਜਿਹੜੇ ਭੋਜਨ ਹੁੰਦੇ ਨੇ ਖੱਟ ਰਸਾਂ ਦੇ ਦੁਆਰਾ, ਉਹ ਤਿਆਰ ਕਰੋ। ਮਿੱਠੇ ਭੋਜਨ ਤਿਆਰ ਕਰੋ, ਸਲੂਣੇ ਭੋਜਨ ਤਿਆਰ ਕਰੋ ਔਰ ਸਾਰੇ ਸਵਾਦੀ ਬਣਾਓ। ਮਹਾਰਾਜ ਦੀ ਆਗਿਆ ਪਾ ਕੇ ਸਾਰੇ ਗੁਰੂ ਘਰ ਦੇ ਸੈਂਕੜੇ ਮਸੰਦ ਲਾਂਗਰੀ ਬ੍ਰਾਹਮਣਾਂ ਨੂੰ ਵੀ ਲਾ ਲਿਆ ਜਿਹੜੇ ਕਹਿੰਦੇ ਅਸੀਂ ਰੋਟੀ ਪਕਾ ਸਕਦੇ। ਉਹਨਾਂ ਨੂੰ ਕਿਹਾ ਵੀ ਤੁਸੀਂ ਨਾਲ ਲੱਗ ਜਾਓ ਤੇ ਸਾਰਿਆਂ ਨੂੰ ਅਸੀਂ ਦਾਨ ਦਕਸ਼ਨਾ ਦੇਣੀ ਹੈ ਤੇ ਵਧੀਆ ਭੋਜਨ ਤਿਆਰ ਕਰੋ। ਕਹਿੰਦੇ ਦਿਨ ਰਾਤ ਲੱਗੇ ਰਹੇ ਚਿਰੰਕਾਲ ਕਿ ਕਾਫੀ ਲੋਕਾਂ ਦਾ ਲੰਗਰ ਬਣਾਉਣਾ ਸੀ, ਹਜ਼ਾਰਾਂ ਬ੍ਰਾਹਮਣਾਂ ਦਾ ਭੋਜਨ ਤਿਆਰ ਕਰਨਾ ਸੀ। ਇਸ ਕਰਕੇ ਸਾਰੀ ਰਾਤ ਹਲਵਾਈ ਲੱਗੇ ਹੈ, ਕੋਈ ਮਠਿਆਈਆਂ ਕੱਢ ਰਹੇ ਹੈ, ਗੁਲਾਬ ਜਾਮਣਾ ਬਣਾ ਰਹੇ ਹੈ, ਜਲੇਬੀਆਂ ਤੇ ਲੱਡੂ ਬਣਾ ਰਹੇ ਹੈ। ਇੱਦਾਂ ਵੱਖਰੇ ਵੱਖਰੇ ਸਵਾਦਿਸ਼ਟ ਭੋਜਨ ਬਣ ਰਹੇ ਹਨ। ਅਨੇਕਾਂ ਵਿਧੀ ਦੇ ਨਾਲ ਭੋਜਨ ਤਿਆਰ ਕਰ ਕਰਕੇ ਕਹਿੰਦੇ ਉਹਨਾਂ ਦੇ ਅੰਬਾਰ ਲਾਈ ਜਾਂਦੇ, ਕੋਠਿਆਂ 'ਚ ਭਰ ਭਰ ਕੇ ਰੱਖੀ ਜਾਂਦੇ ਆ ਵੀ ਇਹ ਜਦੋਂ ਬ੍ਰਹਮ ਭੋਜ ਹੋਵੇਗਾ ਬ੍ਰਾਹਮਣਾਂ ਨੂੰ ਛਕਾਵਾਂਗੇ। ਕਈ ਕੋਠੇ ਤਾਂ ਲੱਡੂਆਂ ਨਾਲ ਹੀ ਭਰ ਦਿੱਤੇ ਕਿਉਂਕਿ ਬ੍ਰਾਹਮਣ ਲੱਡੂਆਂ ਦੇ ਬੜੇ ਸ਼ੌਕੀਨ ਹੁੰਦੇ ਆ ਤੇ ਪੂੜਿਆਂ ਦੇ ਬੜੇ, ਖੀਰ ਦੇ ਬੜੇ ਸ਼ੌਕੀਨ ਹੁੰਦੇ ਆ। ਮਹਾਰਾਜ ਨੇ ਵਧੀਆ ਤੋਂ ਵਧੀਆ ਖੀਰਾਂ ਤਿਆਰ ਕਰਾਈਆਂ, ਪੂੜੇ ਤਿਆਰ ਕਰਾਏ, ਲੱਡੂ ਜਲੇਬੀਆਂ ਭਾਂਤ ਭਾਂਤ ਦੇ ਸੋਹਣੇ ਪਦਾਰਥ ਤਿਆਰ ਕਰਵਾਏ ਹਨ। ਕਹਿੰਦੇ ਪੂੜਿਆਂ ਦੀ ਕਿਹੜੀ ਗਿਣਤੀ ਕਰੀਏ, ਵੰਨ ਸਵੰਨੇ ਪੂੜੇ ਪੂੜੀਆਂ ਛੋਟੇ ਵੱਡੇ ਬਣਾਏ ਹਨ। ਭਰਪੂਰ ਕਚੋਰ ਮਸਾਲਣ ਤੇ ਪੂੜੀਆਂ ਤੇ ਕਚੌਰੀਆਂ ਤਿਆਰ ਕਰਾਈਆਂ, ਮਸਾਲੇ ਪਾ ਪਾ ਕੇ ਵਧੀਆ ਭੋਜਨ ਤਿਆਰ ਹੋ ਰਿਹਾ ਹੈ। ਕਰ ਲੀਨ ਬਰੇ ਦਦੀ ਦਾਲਨ ਤੇ ਔਰ ਸਾਧ ਸੰਗਤ ਜੀ ਦਹੀਂ ਦੇ ਵਿੱਚ ਵੜੇ ਪਾ ਕੇ ਦਹੀਂ ਵੜੇ, ਦਹੀਂ ਭੱਲੇ ਤਿਆਰ ਕਰਾਏ ਹਨ। ਮਿਰਚਾਂ, ਜੀਰਾ, ਧਨੀਆ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੂੰ ਵੀ ਨਮਸਕਾਰ ਹੈ ਵੀ ਜੇ ਰਸੋਈ 'ਚ ਵੜਦੇ ਨੇ ਤੇ ਫਿਰ ਰਸੋਈ ਦੀ ਕੋਈ ਚੀਜ਼ ਨਹੀਂ ਛੱਡਦੇ। ਹੁਣ ਭਾਈ ਸਾਹਿਬ ਦਾ ਇਹ ਭਾਈ ਸਾਹਿਬ ਦੀ ਸੁਰਤ ਗਈ ਹੋਈ ਹੈ ਸਾਧ ਸੰਗਤ ਜੀ। ਵੇਖੋ ਲੰਗਰ ਦੇ ਵਿੱਚ ਹਰ ਇੱਕ ਬੰਦੇ ਦੀ ਥੋੜ੍ਹਾ ਜਾਂਦੀ ਹੈ। ਹੁਣ ਅਸੀਂ ਕਥਾ ਤਾਂ ਕਰ ਦਿਆਂਗੇ ਪਰ ਇਹਦੇ ਤੋਂ ਬਿਨਾਂ ਨਹੀਂ ਕਰ ਸਕਦੇ, ਇੰਨੀ ਬਰੀਕੀ ਨਾਲ ਨਹੀਂ ਕਰ ਸਕਦੇ ਜਿੰਨੀ ਨਾ ਭਾਈ ਸਾਹਿਬ ਕਰ ਰਹੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਮਿਰਚਾਂ, ਮਸਾਲੇ, ਧਨੀਆ, ਲੂਣ, ਜੋ ਵੀ ਚੀਜ਼ ਪੈਣਾ ਨਾ, ਜੀਰਾ, ਉਹ ਵੀ ਕਵੀ ਜੀ ਲਿਖ ਰਹੇ ਹੈ ਵੀ ਪਾ ਪਾ ਕੇ ਹਲਵਾਈਆਂ ਨੇ ਵਧੀਆ ਵਧੀਆ ਭੋਜਨ ਤਿਆਰ ਕੀਤਾ ਹੈ। ਸਭ ਪਾਕ ਭਲੋ ਬਣੀਆਂ ਔਰ ਘਿਓ ਪਾ ਕੇ ਵਧੀਆ ਸੁੰਦਰ ਪਵਿੱਤਰ ਲੰਗਰ ਤਿਆਰ ਕਰ ਰਹੇ ਹਨ। ਨਰ ਸੈਂਕੜ ਨੀਤ ਬਣਾਵਤ ਹੈ। ਸੈਂਕੜੇ ਲੋਕ ਨਿਤ ਹੀ ਇਹ ਕੰਮ ਕਰਨ ਤੇ ਲੱਗੇ ਹੋਏ ਹਨ, ਬਣਾਉਣ ਤੇ। ਹਰ ਕੋਸ਼ਟ ਪੂਰ ਟਿਕਾਵਤ ਹੈ। ਔਰ ਬਣਾ ਬਣਾ ਕੇ ਪੱਕੇ ਭੋਜਨ ਕੋਠਿਆਂ 'ਚ ਰੱਖ ਰਹੇ ਹਨ। ਬਹੁ ਕੀਨ ਤੇ ਹਾਵਲ ਤਿਆਰ ਜਬੈ। ਜਦੋਂ ਕੜਾਹ ਪ੍ਰਸ਼ਾਦ ਦੇ ਵੱਡੇ ਵੱਡੇ ਕੜਾਏ ਜਿਨ੍ਹਾਂ 'ਚ ਕਈ ਮਣਾ ਮੂੰਹ ਘਿਓ ਪਾ ਕੇ ਤੇ ਵਿੱਚੇ ਬਹੁਤ ਸੌਗੀਆਂ ਪਾ ਕੇ, ਵਿੱਚੇ ਸੋਹਣੇ ਬਦਾਮ ਤੇ ਗਿਰੀਆਂ ਛੁਹਾਰੇ ਪਾ ਕੇ, ਭਾਂਤ ਭਾਂਤ ਦੇ ਮੇਵੇ ਪਾ ਕੇ ਕੜਾਹ ਪ੍ਰਸ਼ਾਦ ਬਣਾਇਆ ਹੈ। ਸਭ ਕੋ ਬੁਲਵਾਏ ਸੁਲੀਨ ਤਬੈ। ਜਦੋਂ ਕੜਾਹ ਬਣ ਗਿਆ, ਖੀਰ ਬਣ ਗਈ,
ਸਭ ਕੋਈ ਭੋਜਨ ਐਨ ਤਿਆਰ ਹੋ ਗਿਆ। ਫਿਰ ਮਹਾਰਾਜ ਨੇ ਸਾਰੇ ਬ੍ਰਾਹਮਣਾਂ ਨੂੰ ਨਿਉਂਦਾ ਭੇਜ ਦਿੱਤਾ। ਸਵਈਆ ਛੰਦ ਪਠਿਓ ਮੇਵੜਾ ਸ਼੍ਰੀ ਕਲਗੀ ਧਰ, ਤਿਸਨੇ ਉੱਚੇ ਭਨਿਓ ਸੁਣਵਾਏ। ਕਹਿੰਦੇ ਮਹਾਰਾਜ 10ਵੇਂ ਪਾਤਸ਼ਾਹ ਨੇ ਆਪਣਾ ਮੇਵੜਾ ਅਰਦਾਸੀਆ ਭੇਜਿਆ। ਉਹਨੇ ਉੱਚੀ ਅਨਾਉਂਸਮੈਂਟ, ਜਿਵੇਂ ਹੁਣ ਅੱਜ ਕੱਲ੍ਹ ਆਪਾਂ ਸਪੀਕਰ ਲਾ ਕੇ ਅਨਾਉਂਸਮੈਂਟ ਕਰਦੇ ਹਾਂ, ਪਹਿਲਾਂ ਉੱਦਾਂ ਉੱਚੀ ਥਾਂ ਤੇ ਖੜ ਕੇ ਨਾਲ ਡੰਕਾ ਵਜਾ ਕੇ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਸਨ। ਤੇ ਫਿਰ ਉਹ ਮੇਵੜੇ ਨੇ ਉੱਚੀ ਆਵਾਜ਼ ਵਿੱਚ ਅਨਾਉਂਸਮੈਂਟ ਕੀਤੀ ਹੈ ਕਿ ਸਾਰੇ ਪੰਡਤਾਂ ਵਿਦਵਾਨਾਂ ਨੂੰ ਨਮਸਕਾਰ। ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਡੇ ਪ੍ਰਤੀ ਇਹ ਹੁਕਮ ਕੀਤਾ ਹੈ। ਹੁਕਮ ਕਰਿਓ ਸ਼੍ਰੀ ਸਤਿਗੁਰ ਪੂਰੇ, ਸੁਨਬੇ ਜੋਗ ਵਿਪਰ ਸਮੁਦਾਏ। ਮਹਾਰਾਜ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਤਿਗੁਰੂ ਪੂਰੇ ਸਤਿਗੁਰੂ ਜੀ ਨੇ ਜੋ ਹੁਕਮ ਦਿੱਤਾ ਹੈ ਉਹ ਤੁਹਾਡੇ ਸਾਰਿਆਂ ਦੇ ਸੁਣਨ ਯੋਗ ਹੈ। ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਜੀ ਆਇਆਂ ਨੂੰ ਸਵਾਗਤ ਹੈ ਅਨੰਦਪੁਰ ਸਾਹਿਬ ਦੇ ਵਿੱਚ। ਤੇ ਗੁਰੂ ਸਾਹਿਬ ਨੇ ਆਹ ਬੇਨਤੀ ਕੀਤਾ, ਆਹ ਹੁਕਮ ਕੀਤਾ ਹੈ। ਖੀਰ ਖੰਡ ਜੋ ਖਾਏ ਆਹਾਰੈ, ਪੰਜ ਰਜਤ ਪਣ ਸੋ ਅਬ ਪਾਏ। ਜਿਹੜਾ ਖੀਰ ਕੜਾਹ ਪੂੜੀਆਂ ਵੈਸ਼ਨੂ ਭੋਜਨ ਛਕੇਗਾ ਉਹਨੂੰ 5 ਰੁਪਏ ਦਛਣਾ ਮਿਲੇਗੀ। ਆਮਿਖ ਅਚਵੈ ਪੰਜ ਅਸ਼ਰਫੀ, ਗੁਰ ਟਿਕਤੇ ਲੈ ਸਦਨ ਸਿਧਾਏ। ਤੇ ਜਿਹੜਾ ਇਹ ਦੂਜੇ ਪਾਸੇ ਛਤਰੀ ਭੋਜਨ ਅਸੀਂ ਤਿਆਰ ਕੀਤਾ ਹੋਇਆ, ਚਟੰਗੇ ਝਟਕੇ ਹੋਏ ਨੇ, ਮਹਾਂਪ੍ਰਸ਼ਾਦ ਡਲੇ ਬਣੇ ਹੋਏ ਨੇ, ਜਿਹੜਾ ਮੀਟ ਖਾਏਗਾ ਮਾਸ ਖਾਏਗਾ ਉਹਨੂੰ 5 ਮੋਹਰਾਂ ਸੋਨੇ ਦੀਆਂ ਮਿਲਣਗੀਆਂ। ਇਹ ਗੁਰੂ ਘਰ ਤੋਂ ਬਖਸ਼ਿਸ਼ ਹੋਣੀ ਹੈ। ਜਿਹਨੇ ਤੇ ਖਾਣਾ ਵੈਸ਼ਨੂ ਭੋਜਨ ਉਹਨੂੰ ਤਾਂ ਸਿਰਫ ਮਿਲਣਗੇ 5 ਰੁਪਏ, ਤੇ ਜਿਹੜਾ ਖਾਏਗਾ ਛਤਰੀ ਭੋਜਨ ਉਹਨੂੰ ਮਿਲਣਗੇ 5 ਮੋਹਰਾਂ ਸੋਨੇ ਦੀਆਂ। ਬਹੁਤ ਬਾਰ ਸਭ ਹੁਣ ਸੁਨਾਇਓ, ਦੁਐ ਪੰਕਤ ਭਰ ਲੀਨ ਬਿਠਾਏ। ਕਹਿੰਦੇ ਬਾਰ-ਬਾਰ ਇਹ ਅਨਾਉਂਸਮੈਂਟ ਕੀਤੀ ਗਈ। ਭੋਜਨ ਤਿਆਰ ਹੋ ਗਿਆ ਭਾਈ, ਇੱਧਰ ਬਣਿਆ ਹੋਇਆ ਵੈਸ਼ਨੂ ਭੋਜਨ, ਇੱਧਰ ਖੀਰ ਕੜਾਹ ਪੂੜੀਆਂ ਦਾਲ ਜੋ ਵੀ ਤੁਹਾਨੂੰ ਸਤੋਗੁਣੀ ਭੋਜਨ ਮਿਲੇਗਾ, ਪਰ ਇੱਧਰ ਦਾਨ ਦਛਨਾ ਘੱਟ ਮਿਲੇਗੀ, ਸਿਰਫ 5 ਰੁਪਏ ਮਿਲਣਗੇ। ਇਸ ਪਾਸੇ ਬਣੇ ਹੋਏ ਨੇ ਡਲੇ ਮਹਾਂਪ੍ਰਸ਼ਾਦ, ਚਟੰਗੇ ਝਟਕੇ ਹੋਏ ਆ ਤੇ ਵਧੀਆ ਵਧੀਆ ਬੱਕਰਿਆਂ ਦਾ ਤੇ ਹਿਰਨਾਂ ਦਾ ਤੇ ਸਵਾਦੀ ਭੋਜਨ ਉਹ ਵੀ ਤੁਹਾਨੂੰ ਮਿਲੇਗਾ। ਜੇ ਭਾਈ ਇੱਧਰ ਛਕੋਗੇ ਤੇ 5 ਮੋਹਰਾਂ ਸੋਨੇ ਦੀਆਂ ਮਿਲਣਗੀਆਂ। ਲੋਭ ਗਰਸੇ ਬਹੁ ਵਿਪਰ ਹਰੀ ਮਤ ਮਾਸ, ਅਸਨ ਕੋ ਮਨ ਲਲਚਾਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਲਾਲਚ ਬੜੀ ਬੁਰੀ ਬਲਾ ਹੈ। ਕਹਿੰਦੇ ਲੋਭ ਮੂਲ ਜਗ ਕੋ ਹੁਆ। ਇਹ ਸੰਸਾਰ ਦਾ ਜਨਮ ਮਰਨ ਦਾ ਕਾਰਨ ਲੋਭ ਹੀ ਹੈ, ਮੁੱਢ ਹੈ। ਤੇ ਲੋਭ ਤੋਂ ਵੱਡਾ ਲੋਭ ਕਹਿੰਦੇ ਸਾਰੇ ਗੁਣਾਂ ਦਾ ਨਾਸ ਕਰ, ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਈ। ਚੰਡੀ ਚਰਿੱਤਰ 'ਚ 10ਵੇਂ ਪਾਤਸ਼ਾਹ ਨੇ ਲਿਖਿਆ, ਕਹਿੰਦੇ ਵੱਡੇ ਵੱਡੇ ਗੁਣ ਲਾਲਚ ਵਿੱਚ ਖਤਮ ਹੋ ਜਾਂਦੇ ਆ ਬੰਦੇ ਦੇ। ਜਦੋਂ ਬੰਦਾ ਲਾਲਚ ਵਿੱਚ ਆ ਜਾਂਦਾ ਨਾ, ਉਹ ਲਾਲਚ ਵਿੱਚ ਉਹਦੇ ਸਾਰੇ ਗੁਣ ਨਾਸ ਹੋ ਜਾਂਦੇ। ਸੋ ਬ੍ਰਾਹਮਣਾਂ ਦੇ ਮਨ ਵਿੱਚ ਲਾਲਚ ਆ ਗਿਆ, ਕਹਿਣ ਲੱਗੇ ਇੰਨੀ ਦੂਰੋਂ ਚੱਲ ਕੇ ਵੀ ਆਏ ਆ ਤੇ ਜੇ 5 ਰੁਪਏ ਹੀ ਦਾਨ ਦਛਨਾ ਲੈ ਕੇ ਘਰ ਮੁੜੇ ਤੇ ਕੀ ਫਾਇਦਾ? ਕੋਈ ਫਰਕ ਨਹੀਂ ਪੈਂਦਾ। ਬਾਅਦ 'ਚ ਗੰਗਾ ਜਲ ਪੀ ਲਵਾਂਗੇ, ਕੋਈ ਹਰੇ ਹਰੇ ਰਾਮ ਰਾਮ ਕਰ ਲਵਾਂਗੇ, ਘੱਟੋ ਘੱਟ 5 ਮੋਹਰਾਂ ਦੇ ਸੋਨੇ ਦੀਆਂ ਲੈ ਚੱਲੀਏ, ਨਾਲੇ ਮਹਾਂਪ੍ਰਸ਼ਾਦ ਦਾ ਸਵਾਦ ਚੱਖ ਲਈਏ। ਧਰਮ ਛੋਰ ਕਰ ਥਿਰੇ ਆਨ, ਤਹ ਜਹਾਂ ਮੋਹਰ ਕੋ ਪੰਚ ਅਲਾਏ। ਆਪਣਾ ਧਰਮ ਛੱਡ ਕੇ ਜਿੱਧਰ 5 ਮੋਹਰਾਂ ਦਾ ਸੋਨੇ ਦੀਆਂ ਮੋਹਰਾਂ ਦਾ ਲਾਲਚ ਵੇਖਿਆ ਨਾ, ਉਧਰ ਨੂੰ ਹੋ ਪਏ ਸਾਰੇ, ਡਲਿਆਂ ਵਾਲੇ ਪਾਸੇ ਮਹਾਂਪ੍ਰਸ਼ਾਦ ਵਾਲੇ ਪਾਸੇ ਚੱਲ ਪਏ। ਖੀਰ ਖਾਨ ਹਿਤ ਰਹੇ ਅਲਪ ਹੀ, ਜਾਣਿਓ ਜਿਨਹੂ ਪਰਲੋਕ ਗਵਾਏ। ਆਖੋ ਸਤਨਾਮ ਸ੍ਰੀ। ਪਰ ਸਾਧ ਸੰਗਤ ਜੀ, ਬੀਜ ਕਿਸੇ ਚੀਜ਼ ਦਾ ਨਾਸ ਨਹੀਂ ਹੁੰਦਾ, ਧਰਮ ਦਾ ਵੀ ਬੀਜ ਨਾਸ ਨਹੀਂ ਹੁੰਦਾ। ਠੀਕ ਹੈ ਵੀ ਬਹੁਤੇ ਲੋਕ ਅਧਰਮ ਵਾਲੇ ਪਾਸੇ ਚਲੇ ਜਾਂਦੇ ਆ, ਉਹ ਸਮਾਜ ਦਾ ਸੰਸਾਰ ਦਾ ਇਸ ਦੁਨੀਆ ਦਾ ਹੀ ਨਜ਼ਾਰਾ ਦੇਖਦੇ ਆ। ਕੁਝ ਬੰਦੇ ਕੁਝ ਪਰਸੈਂਟ 2% 4% ਹੁੰਦੇ ਆ ਜਿਹੜੇ ਇਹ ਵੀ ਸੋਚਦੇ ਆ ਵੀ ਆਪਾਂ ਰੱਬ ਨੂੰ ਲੇਖਾ ਵੀ ਦੇਣਾ, ਇਹ ਦੁਨੀਆ ਤੋਂ ਜਾਣਾ ਵੀ ਹੈ, ਉਹ ਪ੍ਰਮਾਤਮਾ ਨੂੰ ਕੀ ਮੂੰਹ ਖਾਵਾਂਗੇ ਜਾ ਕੇ, ਉੱਥੇ ਸਾਡਾ ਇਹ ਪੈਸਾ ਕੋਈ ਨਾਲ ਜਾਏਗਾ। ਉਹਨਾਂ ਬੰਦਿਆਂ ਨੇ ਕੁਝ 5 ਬੰਦਿਆਂ ਨੇ 10 ਬੰਦਿਆਂ ਨੇ ਕਹਿ ਲਓ ਵੀ 100 ਵਿੱਚੋਂ 5-10% 2% ਬੰਦਿਆਂ ਨੇ ਸੋਚਿਆ। ਆਮਖ ਹਾਰੀ ਭਏ ਹਜ਼ਾਰੋਂ, ਫਿਰ ਪੰਕਤ ਕਰ ਕੇ ਵਰਤਾਏ। ਉਹ ਤਾਂ ਚਲੇ ਗਏ ਖੀਰ ਵਾਲੇ ਪਾਸੇ, ਜਿਹੜੇ 2% ਧਰਮੀ ਬੰਦੇ ਸਨ।
बाकी कह लो भी 95-98% ਉਹ ਮਾਸ ਵਾਲੇ ਪਾਸੇ ਹਜ਼ਾਰਾਂ ਹੀ ਉੱਧਰ ਤੇ ਲੈਣਾ ਲੱਗ ਗਈਆਂ ਵੀ 5-5 ਮੋਹਰਾਂ ਮਿਲਣੀਆਂ ਨੇ, ਆਪਾਂ ਸੋਨੇ ਦੀਆਂ ਮੋਹਰਾਂ ਲੈ ਲਵਾਂਗੇ। ਕਈ ਤਾਂ ਚੋਰੀ ਛੱਪੀ ਪਹਿਲਾਂ ਵੀ ਖਾਂਦੇ ਹੋਣਗੇ, ਪਰ ਚਲੋ ਜਿਹੜੇ ਨਹੀਂ ਵੀ ਸੀ ਖਾਂਦੇ ਨਾ, ਉਹ ਵੀ ਅੱਜ ਲਾਲਚ ਵਿੱਚ ਆ ਕੇ ਉਸ ਪੰਗਤ 'ਚ ਜਾ ਕੇ ਬੈਠ ਗਏ। ਪਰ ਕੁਝ ਬੰਦੇ ਹੈ ਸਨ ਬ੍ਰਾਹਮਣ ਜਿਹੜੇ ਆਪਣੇ ਧਰਮ ਤੇ ਪੱਕੇ ਸਨ, ਜਿਨ੍ਹਾਂ ਨੂੰ ਸੀਗਾ ਵੀ ਮੋਹਰਾਂ ਕਿਹੜਾ ਨਾਲ ਜਾਣੀਆਂ ਨੇ, ਧਰਮ ਨਾਲ ਜਾਣਾ। ਬ੍ਰਾਹਮਣ ਦਾ ਧਰਮ ਨਹੀਂ ਮਾਸ ਖਾਣਾ, ਇਹ ਛਤਰੀ ਦਾ ਧਰਮ ਹੈ। ਸਾਧ ਸੰਗਤ ਜੀ, ਇਹੀ ਤਾਂ ਅੱਜ ਸਾਡੇ ਪੰਥ ਵਿੱਚ ਰੌਲਾ। ਉਹ ਸਾਰਿਆਂ ਨੂੰ ਇੱਕੋ ਜੂਲੇ 'ਚ ਆਪਾਂ ਵੀ ਲਪੇਟੀ ਜਾਂਦੇ ਹਾਂ। ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਜਿਹੜਾ ਮਾਸ ਖਾਂਦਾ ਉਹ ਸਿੱਖ ਨਹੀਂ ਜੀ, ਜਿਹੜੇ ਖਾਣ ਵਾਲੇ ਨੇ ਉਹ ਕਹਿੰਦੇ ਜਿਹੜਾ ਨਹੀਂ ਖਾਂਦਾ ਉਹ ਸਿੱਖ ਨਹੀਂ। ਇੱਦਾਂ ਨਹੀਂ ਹੈ। ਗੁਰੂ ਘਰ ਦੇ ਵਿੱਚ ਮੁੱਢ ਤੋਂ ਹੀ ਦੋ ਤਰ੍ਹਾਂ ਦੇ ਰਹੇ ਆ, ਖਾਣ ਵਾਲੇ ਵੀ ਰਹੇ ਆ, ਸੂਰਮੇ ਜੰਗੀ ਯੋਧੇ, ਤੇ ਨਾਮ ਜਪਣ ਵਾਲੇ ਸਾਧੂ ਬਿਰਤੀ ਵਾਲੇ ਸਤੋਗੁਣੀ ਪ੍ਰਸ਼ਾਦਾ ਛਕਣ ਵਾਲੇ ਨਿਰਮਲੇ ਉਦਾਸੀ ਮਹਾਤਮਾ ਵੀ ਰਹੇ ਆ। ਮਹਾਰਾਜ ਕੋਲ 500 ਉਦਾਸੀ ਰਹਿੰਦੇ ਸੀ ਪੌਂਟੇ ਸਾਹਿਬ। ਉਹਨਾਂ ਵਾਸਤੇ ਖੀਰ ਕੜਾਹ ਵਧੀਆ ਲੰਗਰ ਵੈਸ਼ਨੂੰ ਬਣਦਾ ਸੀ। ਜਿਹੜੀ ਗੁਰੂ ਦੀ ਫੌਜ ਸੀ ਉਹ ਸ਼ਿਕਾਰ ਮਾਰ ਕੇ ਲਿਆ ਕੇ ਡਲੇ ਬਣਾ ਕੇ ਛਕਦੀ ਸੀ। ਉਹਨਾਂ ਨੇ ਕਦੀ ਉਹਨਾਂ ਦੇ ਕਿੰਤੂ ਨਹੀਂ ਕੀਤਾ ਵੀ ਤੁਸੀਂ ਮਾਸ ਕਿਉਂ ਖਾਂਦੇ। ਉਹਨਾਂ ਨੂੰ ਪਤਾ ਸੀ ਵੀ ਛਤਰੀ ਨੇ ਯੋਧੇ ਨੇ, ਤੇ ਉਹਨਾਂ ਨੇ ਵੀ ਕਦੀ ਸਾਧੂਆਂ ਨੂੰ ਮਖੌਲ ਨਹੀਂ ਕੀਤਾ ਤੁਸੀਂ ਖੀਰ ਖਾਣ ਵਾਲੇ ਹੋ। ਇਹ ਜਿਹੜਾ ਇੱਦਾਂ ਦਾ ਰੌਲਾ ਹੈ ਨਾ, ਹੁਣੇ ਹੀ 15-20 ਸਾਲਾਂ ਤੋਂ ਪਿਆ, ਪਹਿਲਾਂ ਕਦੀ ਪੰਥ ਵਿੱਚ ਰੌਲਾ ਨਹੀਂ ਸੀ। ਇਹ ਤਾਂ ਵਿਵਾਦ ਹੀ ਮਹਾਰਾਜ ਨੇ ਕਹਿ ਤਾ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਕੋਈ ਸਮਝਦਾ ਹੈ ਨਹੀਂ, ਮੂਰਖਾਂ ਦਾ ਝਗੜਾ ਪਾਈ ਜਾਣਾ। ਤੇ ਮੂਰਖਾਂ ਦਾ ਝਗੜਾ ਤੇ ਕਦੀ ਜਦੋਂ ਦੀ ਸੱਚ ਦੁਨੀਆ ਬਣੀ ਉਦੋਂ ਦਾ ਖਤਮ ਨਹੀਂ ਹੋਇਆ, ਅੱਜ ਕੀ ਖਤਮ ਹੋ ਚੱਲਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਐਸੀ ਲੀਲਾ ਰਚਾਈ। ਇੱਕ ਪਾਸੇ ਵੈਸ਼ਨੂੰ ਭੋਜਨ ਹੋਏਗਾ ਪੰਡਤਾਂ ਵਾਸਤੇ, ਪਰ ਦਾਨ ਦਛਨਾ ਘੱਟ ਮਿਲੇਗੀ, 5 ਰੁਪਈਏ ਹੀ ਮਿਲਣਗੇ। ਦੂਜੇ ਪਾਸੇ ਜਿਹੜੇ ਮਾਸ ਖਾਣਗੇ ਉਹਨਾਂ ਨੂੰ 5 ਮੋਹਰਾਂ ਮਿਲਣਗੀਆਂ। ਮੋਹਰਾਂ ਦੇ ਲਾਲਚ ਨੂੰ ਹਜ਼ਾਰਾਂ ਬਾਹਮਣ ਮਾਸ ਵਾਲੀ ਪੰਗਤ ਵਿੱਚ ਆ ਬੈਠੇ ਹਨ। ਇੱਕ ਦਿਸ ਗਨ ਪਕਵਾਨ ਪਰੋਸੇ, ਜੋ ਬਹੁਤ ਦਿਨ ਕੇ ਰੱਖੇ ਬਣਾਏ। ਇੱਕ ਪਾਸੇ ਜਿਹੜੇ ਬੜੇ ਦਿਨਾਂ ਤੋਂ ਪਕਵਾਨ, ਗੁਲਾਬ ਜਾਮਣਾ, ਰਸਗੁੱਲੇ, ਜਲੇਬੀਆਂ, ਲੱਡੂ, ਖੀਰਾਂ, ਕੜਾਹ, ਪੂਰੇ, ਕਚੌੜੇ, ਦਹੀਂ ਭੱਲੇ, ਭਾਂਤ ਭਾਂਤ ਦੇ 36 ਪ੍ਰਕਾਰ ਦੇ ਭੋਜਨ ਪਰੋਸੇ ਗਏ ਹਨ। ਦੋਨੋਂ ਪੰਕਤ ਕੋ ਮਨ ਭਾਵਤ, ਦੀਨ ਅਸਨ ਆਛੇ ਤ੍ਰਿਪਤਾਏ। ਤੇ ਦੋਹਾਂ ਪੰਗਤਾਂ ਨੂੰ ਛਕਾਇਆ ਰੱਜ ਕੇ। ਇਹ ਨਹੀਂ ਵੀ ਕਿਸੇ ਨਾਲ ਵਿਤਕਰਾ ਕੀਤਾ। ਜਿਹੜੇ ਵੈਸ਼ਨੂੰ ਖਾ ਰਹੇ ਨੇ, ਇੱਕ ਪਾਸੇ ਵੱਖਰੀ ਪੰਗਤ ਲੱਗੀ ਆ, ਉਸ ਪਾਸੇ ਮਾਸ ਵਾਲੇ ਨਹੀਂ ਗਏ। ਉਧਰ ਵੈਸ਼ਨੂਆਂ ਦਾ ਹੀ ਲੰਗਰ, ਪਰਤਾਣ ਵਾਲੇ ਵੀ ਵੈਸ਼ਨੂੰ ਲਾਏ ਉਧਰ, ਉਹਨਾਂ ਨੂੰ ਵੈਸ਼ਨੂੰ ਛਕਾਉਣ ਵਾਲੇ ਵੀ ਵੈਸ਼ਨੂੰ ਤੇ ਛਕਣ ਵਾਲੇ ਵੀ ਵੈਸ਼ਨੂੰ ਭੋਜਨ ਛਕ ਰਹੇ ਨੇ। ਦੂਜੇ ਪਾਸੇ ਛਤਰੀ ਭੋਜਨ ਚੱਲ ਰਿਹਾ, ਮਹਾਂਪ੍ਰਸ਼ਾਦ ਭਾਂਤ ਸੰਬੰਧ ਭੰਨ, ਉਹ ਵੀ ਬੜੇ ਭਾਂਤ ਭਾਂਤ ਦਾ ਬਣਿਆ ਹੋਇਆ। ਸੁੱਕਾ ਵੀ ਬਣਿਆ, ਤਰੀ ਵਾਲਾ ਵੀ ਬਣਿਆ, ਚਟੰਗੇ ਵੀ ਬਣੇ ਆ, ਕਾਜੀ ਵੀ ਬਣੇ ਆ, ਹਿਰਨ ਵੀ ਬਣੇ ਆ। ਉਹ ਵੀ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਵੀ ਨਿਹਾਲ ਕਰ ਦਿਓ, ਜਿਹੋ ਜਿਹਾ ਵੀ ਛਕਣਾ ਚਾਹੁੰਦੇ ਆ ਉਹਨਾਂ ਨੂੰ ਵੀ ਵਧੀਆ ਛਕਾ ਕੇ ਦੋਵਾਂ ਨੂੰ ਰਜਾਇਆ ਚੰਗੀ ਤਰ੍ਹਾਂ। ਜੇ ਤੱਕ ਚਾਹਿਓ ਅਰਪ ਸਭਨ ਕੋ, ਜਲ ਤੇ ਚੁਰਾ ਕਰਿਓ ਸਮੁਦਾਏ। ਸਾਰਿਆਂ ਨੂੰ ਰਜਾ ਕੇ ਛਕਾ ਕੇ ਜਦੋਂ ਸਾਰਿਆਂ ਨੇ ਕੁਰਲੀ ਕੀਤੀ, ਹੱਥ ਧੋਏ ਨੇ ਹੈ, ਪ੍ਰਭ ਸੋ ਭਨਿਓ ਸੁਨੋ ਸ਼੍ਰੀ ਸਤਿਗੁਰ, ਆਮਖ ਹਾਰੀ ਦਿਜ ਸਮੁਦਾਏ। ਤੇ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੀਵਾਨ ਆਨੰਦ ਚੰਦ ਜੀ ਨੇ, ਪੰਡਿਤ ਦਇਆ ਰਾਮ ਜੀ ਨੇ ਦੱਸਿਆ, ਸਤਿਗੁਰੂ ਜੀ 2 ਪੰਗਤਾਂ ਆਪ ਜੀ ਦੇ ਹੁਕਮ ਨਾਲ ਲੱਗ ਗਈਆਂ, ਦੋਹਾਂ ਪਾਸਿਆਂ ਲੰਗਰ ਛਕ ਲਿਆ, ਪਰ ਮਹਾਰਾਜ ਮਾਸ ਵਾਲੇ ਪਾਸੇ ਪੰਡਤਾਂ ਦੀ ਭੀੜ ਜ਼ਿਆਦਾ ਹੈ ਤੇ ਵੈਸ਼ਨੂੰ ਵਾਲੇ ਪਾਸੇ ਸਿਰਫ 10-20 ਬੰਦੇ ਹੀ ਥੋੜੇ ਹੀ ਰਹੇ ਹਨ। ਤਿੰਨ ਤੇ ਅਲਪ ਅਚਿਓ ਪਕਵਾਨ ਹੈ, ਅਬ ਦਛਨਾ ਕੋ ਥਿਰੇ ਸੁਭਾਏ। ਮਹਾਰਾਜ ਲੰਗਰ ਦੋਵੇਂ ਪੰਗਤਾਂ ਛਕ ਬੈਠੀਆਂ ਨੇ ਤੇ ਬ੍ਰਾਹਮਣਾਂ ਨੇ ਵੀ ਛਕ ਲਿਆ, ਜਿਹੜੇ ਵੈਸ਼ਨੂੰ ਸੀਗੇ, ਤੇ ਦੂਜੇ ਜਿਹੜੇ ਮਾਸ ਖਾਣ ਵਾਲੇ ਸੀ ਉਹਨਾਂ ਨੇ ਤਾਂ ਆਪਣੇ ਤਸੱਲੀਆਂ ਕਰ ਲਈਆਂ ਪੂਰੀਆਂ, ਤੇ ਦੋਵੇਂ ਬੈਠੇ ਆ ਆਸ ਲਾ ਕੇ ਵੀ ਸਾਨੂੰ ਹੁਣ ਦਛਨਾ ਮਿਲੇਗੀ। ਹੁਣ ਮਹਾਰਾਜ ਦਛਨਾ ਦਾ ਟਾਈਮ ਹੈ, ਉਹਨਾਂ ਨੂੰ ਚੱਲ ਕੇ ਦਛਨਾ ਦਿਓ। ਉੱਠ ਕਰ ਗਏ ਬਿਲੋਕਨ ਕੀਨੇ, ਜਿਹਨੂੰ ਲੋਭ ਤੇ ਧਰਮ ਗਵਾਏ। ਸਤਿਗੁਰੂ ਕਲਗੀਧਰ ਪਾਤਸ਼ਾਹ ਉੱਠੇ ਨੇ ਤੇ ਉੱਠ ਕੇ ਗਏ ਨੇ ਪੰਗਤ ਦੇ ਵਿੱਚ। ਪਹਿਲਾਂ ਗਏ ਨੇ ਮਾਸਾਹਾਰੀਆਂ ਦੀ ਪੰਗਤ, ਜਿਨ੍ਹਾਂ ਨੇ ਲਾਲਚ ਵਿੱਚ ਆ ਕੇ ਆਪਣਾ ਧਰਮ ਗਵਾ ਲਿਆ। ਆਪਣਾ ਧਰਮ ਗਵਾ ਕੇ ਆਪਣੀ ਮਰਿਆਦਾ ਛੱਡ ਕੇ ਜਿਹੜਾ ਉਹਨਾਂ ਦਾ ਭੋਜਨ ਨਹੀਂ ਸੀ, ਉਹ ਭੋਜਨ ਬ੍ਰਾਹਮਣ ਵਾਸਤੇ ਮਾਸ ਖਾਣਾ ਪਾਪ ਹੈ, ਕਿਉਂਕਿ ਉਹ ਬ੍ਰਹਮ ਵਿੱਦਿਆ ਕਰਦਾ। ਉਹਨੂੰ ਕੀ ਲੋੜ ਹੈ ਕਿਸੇ ਜੀਵ ਦੀ ਹੱਤਿਆ ਕਰੇ, ਕਿਸੇ ਜੀਵ ਨੂੰ ਮਾਰ ਕੇ ਖਾਵੇ। ਉਹਦੇ ਲਈ ਉਹਦੇ ਧਰਮ 'ਚ ਮਨਾ ਹੈ। ਇਹ ਸੱਚੀ ਗੱਲ ਹੈ ਕਿ ਜਿਹੜਾ ਜੀਵ ਹਿੰਸਾ ਕਰਨੀ ਹੈ,
ਇਹ ਪਾਪ ਹੈ। ਸਾਧ ਸੰਗਤ ਜੀ, ਹਰ ਇੱਕ ਜੀਵ ਨੂੰ ਜੀਵਨ ਦਾ ਹੱਕ ਹੋਣਾ ਚਾਹੀਦਾ। ਇਹ ਜਿਹੜਾ ਕਿਸੇ ਨੂੰ ਅਸੀਂ ਮਾਰ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ, ਜੀਵਨ ਖੋਹ ਲੈਂਦੇ ਹਾਂ, ਤੇ ਉਸ ਕਰਕੇ ਉਹ ਪਾਪ ਹੈ। ਪਰ ਛਤਰੀ ਨੂੰ, ਕਿਉਂਕਿ ਉਹਨੇ ਜੰਗ ਲੜਨਾ, ਯੁੱਧ ਕਰਨਾ, ਉਹਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਰੱਖਿਆ ਕਰਨੀ ਹੈ, ਇਸ ਕਰਕੇ ਤੇਗ ਚਲਾਣੀ ਹੈ, ਉਹਨੂੰ ਇਹਦਾ ਅਧਿਕਾਰ ਹੈ ਵੀ ਉਹ ਜਿੰਨਾ ਕੁ, ਜੇ ਆਪਾਂ ਕੋਈ ਸਰੀਰ ਤੇ ਫੋੜਾ ਹੋ ਜਾਵੇ ਨਾ, ਤੇ ਉਹ ਫੋੜਾ ਰਸੌਲ ਹੀ ਕੱਢ ਦਈਏ, ਤੇ ਜੇ ਨਾ ਕੱਢੀਏ ਤੇ ਸਾਰਾ ਹੀ ਬੰਦਾ ਮਰ ਜਾਵੇ, ਸਾਰਾ ਦੇਸ਼ ਹੀ ਗੁਲਾਮ ਹੋ ਜਾਵੇ। ਬੰਦੇ ਬਹਾਦਰ ਨੂੰ 10ਵੇਂ ਪਾਤਸ਼ਾਹ ਕਹਿੰਦੇ ਤੇਰੇ ਡੇਰੇ 'ਚ 5 ਬੱਕਰੇ ਝਟਕਾਏ ਤੇ ਤੇਰਾ ਡੇਰਾ ਅਪਵਿੱਤਰ ਹੋ ਗਿਆ। ਉਧਰ ਸਾਰਾ ਦੇਸ਼ ਹੀ ਅਪਵਿੱਤਰ ਹੋਇਆ। ਜਿੱਥੇ 7 ਸਾਲ ਤੇ 9 ਸਾਲ ਦੇ ਬੱਚੇ ਨੀਹਾਂ ਚਿਣੇ ਗਏ ਨੇ, ਉਹ ਦੇਸ਼ ਕਿੱਧਰੋਂ ਪਵਿੱਤਰ ਹੈ? ਤੇਰੀ ਵੈਸ਼ਨੋਪੁਣਾ ਕੀ ਕਰੇਗਾ? ਛੱਡ ਇਸ ਵੈਸ਼ਨੋਪੁਣੇ ਨੂੰ, ਫੜ ਤਲਵਾਰ, ਹੁਣ ਯੋਧਾ ਬਣ। ਇਸ ਕਰਕੇ ਸਾਧ ਸੰਗਤ ਜੀ, ਜਿਵੇਂ ਸ਼ਿਵਾਜੀ ਮਰਾਠੇ ਸਨ ਨਾ, ਜਦੋਂ ਉਹ ਜੰਗ ਨੂੰ ਚੜ੍ਹੇ ਤੇ ਮੁਗਲਾਂ ਨੇ ਅੱਗੇ ਗਊਆਂ ਛੱਡ ਦਿੱਤੀਆਂ, 500-700 ਹਜ਼ਾਰ ਗਊ ਛੱਡ ਦਿੱਤੀ ਵੀ ਇਹਨਾਂ ਦੀ ਫੌਜ ਜਿਹੜੀ ਹੈ ਉਹ ਗਊਆਂ ਜੁਲ ਜਾਏਗੀ ਤੇ ਅਸੀਂ ਇਹਨਾਂ ਨੂੰ ਮਾਰ ਦਿਆਂਗੇ। ਸੰਭਾ ਜੀ ਨੇ ਪੁੱਛਿਆ ਸ਼ਿਵਾਜੀ ਨੂੰ, ਕਹਿੰਦੇ ਮਾਰੇ ਗਊਆਂ ਆ ਗਈਆਂ, ਕੀ ਕਰੀਏ? ਸ਼ਿਵਾਜੀ ਕਹਿੰਦੇ ਝਟਕ ਦਿਓ, 200-400 ਗਊਆਂ ਮਰ ਜਾਣਗੀਆਂ ਨਾ, ਅਸੀਂ ਲੱਖਾਂ ਬਚਾ ਲਾਂਗੇ, ਤੇ ਜੇ 200-400 ਨੂੰ ਬਚਾਇਆ ਤੇ ਲੱਖਾਂ ਮਰਵਾ ਲਾਂਗੇ। ਇਸ ਕਰਕੇ ਖਾਲਸਾ ਜੀ, ਛਤਰੀ ਯੋਧੇ ਨੂੰ ਅਧਿਕਾਰ ਹੈ, ਜਿਵੇਂ ਡਾਕਟਰ ਨੂੰ ਅਧਿਕਾਰ ਹੈ ਵੀ ਉਹ ਫੋੜਾ ਕੱਢ ਸਕਦਾ ਚਾਕੂ ਦੇ ਨਾਲ, ਤਾਂ ਕਿ ਉਹਦੀ ਬੰਦੇ ਦੀ ਜਾਨ ਬਚ ਜਾਏ। ਜੇ ਦੇਸ਼ ਨੂੰ ਬਚਾਉਣਾ ਹੈ, ਜੇ ਆਪਣੇ ਕਲਚਰ ਨੂੰ ਬਚਾਉਣਾ ਹੈ, ਤਾਂ ਸੂਰਮਾ ਛੱਕ ਕੇ, ਮਾਰ ਕੇ, ਝਟਕਾ ਕੇ ਯੁੱਧ ਲੜਦਾ ਹੈ, ਉਹਦੀ ਗੱਲ ਵੱਖਰੀ ਹੈ। ਪਰ ਜੇ ਕੋਈ ਵਿਚਾਰਾ ਸਾਧੂ ਹੈ, ਸੰਤ ਹੈ, ਬ੍ਰਾਹਮਣ ਹੈ, ਅੰਮ੍ਰਿਤ ਵੇਲੇ ਉੱਠਦਾ, ਨਾਮ ਜਪਦਾ, ਮਾਲਾ ਫੇਰਦਾ, ਸ਼ਸਤਰ ਨੂੰ ਕਦੀ ਫੜ ਕੇ ਨਹੀਂ ਵੇਖਿਆ, ਸ਼ਸਤਰ ਦਾ ਉਹਨੂੰ ਪਤਾ ਨਹੀਂ, ਤੇ ਉਹ ਆਪਣੇ ਸਵਾਦ ਲਈ ਜੀਭ ਨੂੰ ਚਸਕੇ ਲਾ ਲਾ ਕੇ ਮੀਟ ਖਾਂਦਾ, ਮਾਸ ਖਾਂਦਾ, ਉਹ ਪਾਪੀ ਹੈ। ਉਸ ਕਰਕੇ ਬ੍ਰਾਹਮਣਾਂ ਨੇ ਆਪਣਾ ਧਰਮ ਗਵਾ ਲਿਆ, ਉਹਨਾਂ ਨੇ ਮਾਸ ਖਾ ਲਿਆ। 12 ਬਾਰ ਉਚਾਰਤ ਘਰ ਹੈ, ਨਹੀਂ ਵਿਪਰ ਤੁਮ ਦੰਭ ਕਮਾਏ। ਤੇ ਮਹਾਰਾਜ 10ਵੇਂ ਪਾਤਸ਼ਾਹ ਬੜੇ ਜਲਾਲ ਚ ਆ ਕੇ ਨਾ, ਗੁੱਸੇ ਚ ਆ ਕੇ ਧਿਕਾਰਾਂ ਪਾਈਆਂ। ਫਿਰ ਕਹਿੰਦੇ ਲਾਹਨਤ ਹੈ ਤੁਹਾਨੂੰ, ਤੁਸੀਂ ਬ੍ਰਾਹਮਣ ਨਹੀਂ ਹੋ, ਬ੍ਰਾਹਮਣਾਂ ਦੇ ਪੁੱਤਰ ਹੋ ਕੇ ਤੁਸੀਂ ਆਪਣੇ ਧਰਮ ਨੂੰ ਲਾਜ ਲਾ ਲਈ, ਤੁਸੀਂ ਬ੍ਰਾਹਮਣਾਂ ਦੇ ਪੁੱਤਰ ਹੋ ਕੇ ਆਪਣਾ ਧਰਮ ਗਵਾ ਲਿਆ। ਲਾਹਨਤ ਹੈ ਤੁਹਾਨੂੰ, ਤੁਸੀਂ ਆਪਣੇ ਧਰਮ ਨੂੰ ਗਵਾ ਬੈਠੇ ਹੋ, ਲਾਲਚ ਵਿੱਚ ਆ ਕੇ ਆਪਣਾ ਧਰਮ ਛੱਡ ਦਿੱਤਾ। ਕੀ ਹੈ? ਪੈਸੇ ਦੇ 4 ਛਿੱਲੜ ਨੇ, 5 ਮੋਹਰਾਂ ਨਾਲ ਤੁਸੀਂ ਕੋਈ ਸਾਰੀ ਉਮਰ ਬਾਦਸ਼ਾਹ ਬਣ ਚੱਲੇ ਹੋ? ਕੀ ਅੱਗੇ ਦਰਗਾਹ ਵਿੱਚ ਤੁਹਾਡੇ ਨਾਲੇ ਜਾਣਗੀਆਂ? ਮਹਾਰਾਜ ਨੇ ਲਾਹਨਤਾਂ ਪਾਈਆਂ ਹਨ। ਅਪਕਰਮੀ ਨਿਜ ਧਰਮ ਹੈ ਭ੍ਰਿਸ਼ਟੀ, ਬਿਗੜੇ ਆਪ ਬਿਗਾਰ ਹੈ। ਔਰ ਮਹਾਰਾਜ ਕਹਿੰਦੇ ਤੁਸੀਂ ਅਪਕਰਮੀ ਹੋ, ਮਾੜੇ ਕਰਮ ਕਰਨ ਵਾਲੇ ਹੋ, ਆਪ ਵੀ ਵਿਗੜੇ ਹੋ ਤੇ ਦੂਜਿਆਂ ਨੂੰ ਵੀ ਵਿਗਾੜਦੇ ਹੋ। ਉਚਿਤ ਸਜਾਏ ਦੇਨ ਕੋ ਤੁਮ ਸਭ, ਦੇਹ ਅਬ ਹੈ ਵੱਡ ਮਚ ਹੈ। ਔਰ ਤੁਸੀਂ ਸਾਰੇ ਸਜ਼ਾ ਦੇ ਭਾਗੀ ਹੋ, ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਤੁਸੀਂ ਆਪ ਵੀ ਵਿਗੜੇ ਹੋ ਤੇ ਦੂਜਿਆਂ ਨੂੰ ਵੀ ਵਿਗਾੜੋਗੇ। ਪਰ ਜੇ ਹੁਣ ਤੁਹਾਨੂੰ ਅਸੀਂ ਸਜ਼ਾ ਦਿੰਦੇ ਆ ਨਾ, ਤੇ ਲੋਕਾਂ ਨੇ ਕਹਿਣਾ ਗੁਰੂ ਨੇ ਘਰ ਬੁਲਾ ਕੇ ਬਾਹਮਣ ਮਾਰੇ, ਬਾਹਮਣਾਂ ਨੂੰ ਕੁੱਟਿਆ, ਲੋਕਾਂ ਨੇ ਨਿੰਦਾ ਕਰਨੀ, ਤੁਸੀਂ ਜਾ ਕੇ ਉਲਟ ਪ੍ਰਚਾਰ ਕਰੋਗੇ ਵੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਘਰ ਬੁਲਾਇਆ ਤੇ ਫਿਰ ਸਾਨੂੰ ਮਾਰਿਆ ਕੁੱਟਿਆ। ਵੈਸੇ ਤਾਂ ਤੁਹਾਨੂੰ ਲੰਮਿਆਂ ਪਾ ਕੇ ਡੰਡਾ ਫੇਰਨਾ ਚਾਹੀਦਾ, ਪਰ ਇਹ ਸੋਚ ਕੇ ਵੀ ਇਹ ਗੁਰੂ ਘਰ ਦੀ ਬਦਨਾਮੀ ਹੋਣੀ ਹੈ, ਤੁਹਾਨੂੰ ਅਸੀਂ ਸਜ਼ਾ ਨਹੀਂ ਦਿੰਦੇ। ਪ੍ਰਥਮ ਬੁਲਾਏ ਦੰਡ ਗੁਰ ਦੀਨੋ, ਭਲੋ ਬੁਰੋ ਭਾਖੈ ਸਭ ਠੌਰ। ਲੋਕਾਂ ਨੇ ਸਭ ਥਾਂ ਤੇ ਚਰਚਾ ਕਰਨੀ ਪੂਰੇ ਦੇਸ਼ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਨੇ ਘਰ ਬੁਲਾ ਕੇ ਪਹਿਲਾਂ ਸੱਦਾ ਦਿੱਤਾ ਬ੍ਰਾਹਮਣਾਂ ਨੂੰ, ਫਿਰ ਉਹਨਾਂ ਨੂੰ ਮਾਰਿਆ ਕੁੱਟਿਆ। ਲੋਕ ਭਲਾ ਬੁਰਾ ਕਹਿਣਗੇ, ਗੁਰੂ ਨਾਨਕ ਦੀ ਗੱਦੀ ਦੀ ਬਦਨਾਮੀ ਕਰਨਗੇ। ਜਾਂ ਤੇ ਛਿਮਾ ਧਰੀ ਮਨ ਜਾਨੋ, ਨਹਿ ਪਰਲੋਕ ਜਾਣਿਓ ਮਤ ਬੌਰ। ਮਹਾਰਾਜ ਕਹਿੰਦੇ ਇਸ ਕਰਕੇ ਤੁਹਾਨੂੰ ਅਸੀਂ ਛਿਮਾ ਕਰ ਦਿੱਤੀ ਹੈ। ਉਹ ਮੂਰਖੋ, ਤੁਸੀਂ ਪਰਲੋਕ ਨਹੀਂ ਜਾਣਿਆ, ਅੱਗੇ ਨਹੀਂ ਜਾਣਾ ਪਰਮਾਤਮਾ ਦੇ ਦਰਬਾਰ ਵਿੱਚ, ਤਾਂ ਆਪਣਾ ਧਰਮ ਗਵਾ ਕੇ ਕੀ ਜਵਾਬ ਦਿਓਗੇ? ਇਤਿਆਦਿਕ ਬਹੁ ਕਹਿਓ ਤਿਕਾਰੇ, ਬਹੁਰ ਦਛਨਾ ਹਿਤ ਫੁਰਮਾਏ। ਮਹਾਰਾਜ ਨੇ ਇਸ ਤਰ੍ਹਾਂ ਜਿਹੜੇ ਮਾਸ ਖਾ ਕੇ ਹਜ਼ਾਰਾਂ ਹੀ ਬੈਠੇ ਸੀ ਨਾ ਲੈਣਾ ਲਾ ਕੇ, ਉਹਨਾਂ ਨੂੰ ਬੜੀ ਧਿਕਾਰ ਮਾਰੀ, ਬੜਾ ਉਹਨਾਂ ਨੂੰ ਲਾਹਨਤਾਂ ਪਾਈਆਂ। ਤੇ ਫਿਰ ਆਪਣੇ ਪ੍ਰੋਤ ਦਇਆ ਰਾਮ ਜੀ ਨੂੰ ਕਿਹਾ ਵੀ ਪੰਡਤ ਜੀ ਤੁਸੀਂ ਇਹਨਾਂ ਨੂੰ ਦਛਨਾ ਦੇ ਦਿਓ। ਪੰਜ ਪੰਜ ਇਨ ਦੇਹੋ ਰਜਤ ਪਣ, ਨਹਿ ਛੂਛੇ ਨਿਜ ਸਦਨ ਸਿਧਾਏ। ਚਲੋ 5-5 ਰੁਪਈਏ ਹੁਣ ਇਹਨਾਂ ਨੂੰ ਦੇ ਦਿਓ। ਮਹਾਰਾਜ ਨੇ 5 ਸਰਫੀਆਂ ਕਹੀਆਂ ਸੀ ਤੇ ਉਹ ਹੁਣ ਉਸੇ ਲਾਲਚ ਨਾਲ ਮਾਸ ਖਾਦਾ ਸੀ, ਪਰ ਆਪਣਾ ਧਰਮ ਗਵਾ ਲਿਆ ਸੀ। ਮਹਾਰਾਜ ਕਹਿੰਦੇ ਇਹਨਾਂ ਨੂੰ 5-5 ਰੁਪਈਏ ਦਿਓ ਜਿਨ੍ਹਾਂ ਨੇ ਮਾਸ ਖਾਦਾ ਹੈ, ਘਰ ਖਾਲੀ ਦਾ ਨਾ ਜਾਣ,
ਇਹ ਘਰ ਇਹ ਤਾਂ ਨਾ ਕਹਿਣ ਵੀ ਗੁਰੂ ਨੇ ਸਾਨੂੰ ਘਰ ਬੁਲਾ ਕੇ ਸੱਦਾ ਦੇ ਕੇ ਖਾਲੀ ਤੋਰ ਦਿੱਤਾ ਹੈ। ਹੁਣ ਪੰਕਤ ਦੂਜੀ ਮਹਿਗਮਨੇ ਸਾਧ ਸਾਧ ਸ਼੍ਰੀ ਬਦਨ ਅਲਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੂਜੀ ਪੰਗਤ ਗਏ ਜਿੱਥੇ ਵੈਸ਼ਨੂੰ ਬ੍ਰਾਹਮਣ ਬੈਠੇ ਸਨ, ਆਪਣੇ ਧਰਮ ਦੇ ਪੱਕੇ ਸਨ, ਹੈ ਤਾਂ ਥੋੜੇ ਸਨ ਵਿਚਾਰੇ ਉਹ, ਪਰ ਮਹਾਰਾਜ ਉਹਨਾਂ ਵੱਲ ਵੇਖ ਕੇ ਸ਼ਾਬਾਸ਼ ਸ਼ਾਬਾਸ਼ ਬੋਲੇ। ਧਰ ਸੰਤੋਸ਼ ਧਰਮ ਨਹਿ ਛੋਰਿਓ ਜੋ ਪ੍ਰਲੋਕ ਮੈਂ ਕਰਹਿ ਸਹਾਏ। ਮਹਾਰਾਜ ਕਹਿੰਦੇ ਤੁਹਾਨੂੰ ਤੁਸੀਂ ਸੰਤੋਖ ਰੱਖਿਆ, ਆਪਣਾ ਧਰਮ ਨਹੀਂ ਛੱਡਿਆ ਜਿਹੜਾ ਪ੍ਰਲੋਕ ਵਿੱਚ ਸਹਾਇਤਾ ਕਰਦਾ, ਕਿਉਂਕਿ ਅੱਗੇ ਦਰਗਾਹ ਜਿਹੜਾ ਧਰਮ ਨੇ ਨਾਲ ਜਾਣਾ, ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ। ਹਾਂਜੀ। ਪੰਜ ਪੰਜ ਦੀਨਾਰ ਦੀਨ ਤਿੰਨ ਸ਼ਿਵਰ ਕਰਾਇਓ ਪੁਨ ਸਨਮਾਨ। ਤੇ ਆਪਣੇ ਹੱਥੀ ਮਹਾਰਾਜ ਇਹਨਾਂ ਨੂੰ 5-5 ਮੋਹਰਾਂ ਦਿੱਤੀਆਂ, ਜਿਹੜੇ ਧਰਮ 'ਚ ਪੱਕੇ ਸੀ ਨਾ ਉਹਨਾਂ ਨੂੰ 5-5 ਮੋਹਰਾਂ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਦਾ ਡੇਰਾ ਕਰਾਇਆ ਕਿ ਤੁਸੀਂ ਨਹੀਂ ਜਾਣਾ। ਜਿਹੜੇ ਮਾਸ ਖਾਣ ਵਾਲੇ 5-5 ਰੁਪਏ ਦੇ ਕੇ ਨਾਲ ਹੀ ਤੋਰਤਾ ਵੀ ਜਾਓ ਵਾਪਸ, ਤੁਹਾਡੀ ਇੱਥੇ ਕੋਈ ਲੋੜ ਨਹੀਂ। ਪਰ ਜਿਹੜੇ ਬੰਦੇ ਸਨ ਨਾ ਧਰਮੀ ਸੰਤੋਖੀ, ਉਹਨਾਂ ਨੂੰ ਮਹਾਰਾਜ ਕਹਿੰਦੇ ਤੁਸੀਂ 2-4 ਦਿਨ ਸਾਡੇ ਕੋਲ ਠਹਿਰਨਾ, ਅਸੀਂ ਤੁਹਾਡੀ ਹੋਰ ਸੇਵਾ ਕਰਨੀ ਹੈ। ਆਮਖ ਹਾਰੀ ਰੁਖਸਤ ਕੀਨੇ ਪਹੁੰਚੇ ਆਪ ਆਪਣੇ ਥਾਨ। ਮਾਸ ਖਾਣ ਵਾਲੇ ਤੋਰ ਦਿੱਤੇ ਤੇ ਉਹ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਨੂੰ ਸ਼ਰਮਿੰਦੇ ਹੋਏ ਚਲੇ ਗਏ। ਪਛਤਾਵਤ ਬਹੁ ਹਾਸ ਹੋਇਓ ਤਿਨ ਸਰਿਓ ਨਾ ਕਾਰਜ ਸੰਕਟ ਮਾਨ। ਹੁਣ ਪਛਤਾ ਰਹੇ ਨੇ, ਬੜੀ ਲੋਕ ਹਾਸੀ ਕਰਦੇ ਨੇ। ਬੜੇ ਸ਼ਰਮਿੰਦੇ ਹੁੰਦੇ ਨੇ ਤੇ ਕੰਮ ਜਿਹੜਾ ਸੋਚ ਕੇ ਆਏ ਸੀ 5-5 ਮੋਹਰਾਂ ਮਿਲਣਗੀਆਂ ਦਾਨ ਦਛਨਾ, ਬੜੇ ਦੂਰੋਂ ਆਏ ਸੀ, ਕੋਈ ਕਾਸ਼ੀ ਤੋਂ ਆਇਆ ਸੀ, ਕੋਈ ਅਯੁੱਧਿਆ ਤੋਂ ਆਇਆ ਸੀ, ਕੋਈ ਪ੍ਰਯਾਗਰਾਜ ਤੋਂ ਆਇਆ ਸੀ, ਕੋਈ ਲਾਹੌਰ ਤੋਂ ਆਇਆ ਸੀ। ਉਹ ਮਾਸ ਖਾਣ ਵਾਲਿਆਂ ਨੂੰ ਤਾਂ ਮਹਾਰਾਜ ਨੇ ਤੋਰ ਦਿੱਤਾ ਤੇ ਜਾਂਦੇ ਬੜੇ ਮਨ ਵਿੱਚ ਝੂਰਦੇ ਜਾਂਦੇ ਆ ਵੀ ਅਸੀਂ ਆਪਣਾ ਧਰਮ ਵੀ ਗਵਾ ਲਿਆ। ਤੇ ਬੜੀ ਬੇਇੱਜ਼ਤੀ ਮਹਿਸੂਸ ਕਰ ਰਹੇ ਹਨ। ਧਰਮ ਸਹਿਤ ਜੋ ਭਏ ਪ੍ਰਫੁੱਲਤ ਰਖ ਪ੍ਰਲੋਕ ਪਾਇਓ ਧਨ ਪਾਨ। ਜਿਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ, ਜੋ ਆਪਣੇ ਧਰਮ ਤੇ ਪੱਕੇ ਰਹੇ ਨੇ, ਉਹ ਬੜੇ ਖੁਸ਼ ਨੇ, ਪ੍ਰਸੰਨ ਨੇ ਤੇ ਉਹਨਾਂ ਦਾ ਪਰਲੋਕ ਵੀ ਬਚ ਗਿਆ। ਤੇ ਇੱਥੇ ਲੋਕ ਵਿੱਚ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਮਹਾਰਾਜ ਨੇ 5-5 ਮੋਹਰਾਂ ਵੀ ਦਿੱਤੀਆਂ ਨੇ ਤੇ ਉਹਨਾਂ ਦਾ ਸਨਮਾਨ ਵੀ ਬੜਾ ਕੀਤਾ ਹੈ। ਕਲਗੀ ਧਰ ਕੋ ਕੌਤਕ ਐਸੋ ਬਿਦਤ ਭਇਓ ਤਬ ਸਗਲ ਜਹਾਨ। ਇਹ ਕਲਗੀਧਰ ਪਾਤਸ਼ਾਹ ਦਾ ਗੁੱਝਾ ਕੌਤਕ ਜਦੋਂ ਸਾਰੇ ਸੰਸਾਰ 'ਚ ਪ੍ਰਗਟ ਹੋ ਗਿਆ, ਦੂਰ ਦੂਰ ਤੱਕ ਇਹਦੀ ਖਬਰ ਪਹੁੰਚ ਗਈ। ਕਈ ਬਾਹਮਣਾਂ ਨੇ ਤੇ ਆਪ ਹੀ ਆਪਣੇ ਟੱਬਰ ਵਾਲਿਆਂ ਨੂੰ ਜਾ ਕੇ ਦੱਸਿਆ ਹੋਣਾ, ਤੇ ਉਹ ਗਾਂ ਦੀ ਗਾਂ ਬੀਬੀਆਂ ਤੋਂ ਪਤਾ ਲੱਗ ਜਾਂਦਾ, ਤੇ ਕਈਆਂ ਨੂੰ ਪਿੰਡ 'ਚ ਪਤਾ ਲੱਗ ਗਿਆ ਤੇ ਉਹ ਬਾਹਮਣਾਂ ਦੇ ਵਿਰੋਧੀ ਵੀ ਹੁੰਦੇ ਆ ਕਈ। ਉਹ ਕਹਿੰਦੇ ਆਹ ਪੰਡਿਤ ਗਿਆ ਸੀ ਸਾਡੇ ਪਿੰਡ ਵਾਲਾ, ਇਹ ਉੱਥੇ ਮੀਟ ਖਾ ਕੇ ਆਇਆ। ਉਹ ਪਿੰਡ ਵਾਲੇ ਵੀ ਉਹਨੂੰ ਦੁਰ ਕਰਦੇ ਹਨ। ਇਮ ਪਰਖਣ ਕਰ ਦਿਜਬਰ ਰਾਖੇ ਸੁਧ ਤਿਨ ਕੀਲੇ ਖਾਨ ਰੋਪਾਨ। ਫਿਰ ਮਹਾਰਾਜ ਜੀ ਨੇ ਪਰਖ ਕੇ ਨਾ ਜਿਹੜੇ ਚੰਗੇ ਚੰਗੇ 10-20 ਬਾਹਮਣ ਰਹਿ ਗਏ ਸਨ, ਉਹਨਾਂ ਨੂੰ ਕੋਲ ਰੱਖ ਲਿਆ। ਕਹਿੰਦੇ ਤੁਸੀਂ ਸਾਡੇ ਕੋਲ ਰਹੋ, ਅਸੀਂ ਤੁਹਾਡੇ ਹੋਰ ਕੋਈ ਸੇਵਾ ਕਰਾਂਗੇ। ਖਾਣ ਪਾਣ ਦਾ ਵਧੀਆ ਉਹਨਾਂ ਦਾ ਬੰਦੋਬਸਤ ਕੀਤਾ, ਉਹਨਾਂ ਦੇ ਰਹਿਣ ਵਾਸਤੇ ਚੰਗੇ ਮਕਾਨ, ਚੰਗੀ ਰਿਹਾਇਸ਼ ਦਾ ਬੰਦੋਬਸਤ ਕੀਤਾ। ਮਹਾਰਾਜ ਨੇ ਇੱਕ ਛਾਣਾ ਲਾ ਲਿਆ, ਸਮਝੋ ਜਿਹੜੇ ਚੰਗੇ ਸਨ ਉਹ ਰੱਖ ਲਏ, ਜਿਹੜੇ ਕੱਚੇ ਪੇਲੇ ਉਹ ਛਾਣ ਦੇ ਦਿੱਤੇ, ਝਾੜ ਦਿੱਤੇ। ਦਿਨ ਪ੍ਰਤ ਕਰਹਿ ਦਿਵਾਮਨ ਨੀਕੇ ਕੇਤਕ ਸਮੈ ਬਿਤਿਓ ਮਨ ਜਾਨ। ਉਹਨਾਂ ਨੂੰ ਰੋਜ਼ ਮਹਾਰਾਜ ਚੰਗਾ ਖਾਣਾ ਦਵਾਉਂਦੇ ਆ, ਚੰਗੀ ਉਹਨਾਂ ਦੀ ਪੂਜਾ ਕਰਾਉਂਦੇ ਆ, ਚੰਗੀ ਉਹਨਾਂ ਨੂੰ ਮਾਇਆ ਦਿੰਦੇ ਆ, ਤੇ ਉਹਨਾਂ ਬ੍ਰਾਹਮਣਾਂ ਦਾ ਸਤਿਗੁਰੂ ਸਤਿਕਾਰ ਕਰਦੇ ਆ ਵੀ ਆਪਣੇ ਧਰਮ ਤੇ ਪੱਕੇ ਹਨ। ਬਸੇ ਆਨੰਦਪੁਰ ਉਰ ਆਨੰਦ ਕਰ ਗੁਰ ਜਸ ਉਚਰਤ ਰਹੇ ਮਹਾਨ। ਉਹ ਬ੍ਰਾਹਮਣ ਵੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੜੀ ਖੁਸ਼ੀ ਨਾਲ ਰਹਿ ਰਹੇ ਨੇ ਤੇ ਮਹਾਰਾਜ ਦਾ ਜਸ ਕਰਦੇ ਨੇ। ਉਹਨਾਂ ਨੂੰ ਸਮਝ ਆਈ ਹੈ ਵੀ ਇਹ ਪੂਰੇ ਗੁਰੂ ਹਨ,
ਇਹਨਾਂ ਦੇ ਕੋਲ ਬਿਰਤੀ ਹੈ, ਸ਼ਕਤੀ ਹੈ, ਪਰਖ ਲਿਆ ਇਹਨਾਂ ਨੇ ਸਾਨੂੰ, ਚੰਗੇ ਮਾੜੇ ਦੀ ਇਹਨਾਂ ਨੂੰ ਪਛਾਣ ਹੈ। ਤੇ ਜਿਹੜੇ ਸਾਧ ਸੰਗਤ ਜੀ ਧਰਮੀ ਬੰਦੇ ਹੁੰਦੇ ਉਹਨਾਂ ਨੂੰ ਵੀ ਚੰਗੇ ਗੁਰੂਆਂ ਦੀ ਪਛਾਣ ਹੋ ਜਾਂਦੀ ਹੈ। ਗੁਰੂਆਂ ਦੀ ਪਛਾਣ ਵੀ ਹਰ ਇੱਕ ਨੂੰ ਨਹੀਂ ਹੁੰਦੀ, ਧਰਮੀ ਬੰਦੇ ਨੂੰ। ਉਹ ਜਿਹੜੇ ਧਰਮੀ ਲੋਕ ਸਨ ਉਹ ਖੁਸ਼ ਹੋ ਕੇ ਰਹਿੰਦੇ ਹਨ। ਅਰੇ ਅਵਾਹਨ ਇੱਕ ਦਿਨ ਦਿਜਬਰ ਸਰਬ ਪੂਰਨ ਕੇ ਬਹੁ ਬੁੱਧਵੰਤ। ਮਹਾਰਾਜ ਨੇ ਉਹ ਸਾਰੇ ਬ੍ਰਾਹਮਣ ਜਿਹੜੇ ਕਈ ਦਿਨਾਂ ਤੋਂ ਅਨੰਦਪੁਰ 'ਚ ਰਹਿ ਰਹੇ ਸਨ, ਬੜੇ ਚੰਗੇ ਧਰਮੀ, ਪੂਜਾ ਪਾਠ ਕਰਨ ਵਾਲੇ, ਲੋਭੀ ਲਾਲਚੀ ਨਹੀਂ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਹੈ। ਸਾਦਰ ਕੀਨ ਬਿਠਾਵਨ ਤਿਨ ਕੋ ਅਰ ਆਸਿਕ ਪ੍ਰਭ ਕੋ ਸੁਖਵੰਤ। ਤੇ ਬੜੇ ਸਤਿਕਾਰ ਨਾਲ ਆਓ ਪੰਡਿਤ ਜੀ ਬੈਠੋ। ਮਹਾਰਾਜ ਦੇ ਕੋਲ ਆ ਕੇ ਨਮਸਕਾਰ ਕਰਕੇ ਪੰਡਿਤ ਬੈਠ ਗਏ ਹਨ। ਚਿਰ ਜੀਵੋ ਤੁਮ ਗੰਗ ਜਮਨ ਲਗ ਤੇਜ ਪ੍ਰਤਾਪ ਬੜਾ ਅਤਵੰਤ। ਤੇ ਬ੍ਰਾਹਮਣਾਂ ਨੇ ਆਸ਼ੀਰਵਾਦ ਦਿੱਤਾ, ਮਹਾਰਾਜ ਤੁਸੀਂ ਜੁਗਾਂ ਤੱਕ ਜਿਉਂਦੇ ਰਹੋ, ਤੁਹਾਡਾ ਤੇਜ ਪ੍ਰਤਾਪ ਸਮੁੰਦਰ ਪਰਯੰਤ ਵਧੇ, ਸਾਰੀ ਦੁਨੀਆ ਦੇ ਤੁਹਾਡੀ ਜੈ ਜੈਕਾਰ ਹੋਵੇ। ਅਸ਼ਟੋ ਦਿਗਪਾਲਨ ਕੇ ਸਮ ਤੁਮ ਰਾਜ ਸਾਜ ਮਹਿ ਬੜ ਬਲਵੰਤ। ਜਿਵੇਂ 8 ਦਿਗਪਾਲ ਦਿਸ਼ਾਪਾਲ ਹਨ ਉਵੇਂ ਤੁਹਾਡਾ ਪ੍ਰਤਾਪ ਹੋਵੇ ਮਹਾਰਾਜ, ਤੁਹਾਡਾ ਰਾਜ ਸਾਜ ਵਧੇ, ਵੱਡੇ ਬਲੀ ਯੋਧੇ ਤੁਸੀਂ ਪ੍ਰਗਟ ਹੋਏ ਹੋ ਸੰਸਾਰ ਵਿੱਚ। ਸਭ ਸੋ ਪ੍ਰਸੰਨ ਕਰਿਓ ਕਲਗੀਧਰ ਸੁਨੋ ਵਿਪਰ ਬਰ ਵਿਦਿਆਵੰਤ। ਸਾਰਿਆਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਪ੍ਰਸ਼ਨ ਕੀਤਾ ਵੀ ਹੈ ਪੰਡਿਤ ਜਣੋ ਤੁਸੀਂ ਸਾਰੇ ਵਿਦਵਾਨ ਸਿਆਣੇ ਹੋ। ਸ਼੍ਰੀ ਜਗਮਾਤ ਚੰਡਕਾ ਕਾਲੀ ਤਿਸ ਪੂਜਨ ਕੋ ਹਮ ਚਿਤਵੰਤ। ਤੁਹਾਨੂੰ ਅਸੀਂ ਸਲਾਹ ਲੈਣ ਵਾਸਤੇ ਬੁਲਾਇਆ ਹੈ, ਤੁਸੀਂ ਸਾਰੇ ਸਿਆਣੇ ਹੋ, ਧਰਮੀ ਹੋ। ਆਹ ਸਮਾਂ ਬੜਾ ਭਿਆਨਕ ਹੈ, ਦੇਸ਼ ਦੀ ਹਾਲਤ ਤੁਸੀਂ ਦੇਖ ਰਹੇ ਹੋ। ਸਵਾ ਮਣ ਜਨੇਊ ਤਾਰ ਕੇ ਔਰੰਗਜ਼ੇਬ ਰੋਜ਼ ਰੋਟੀ ਖਾਂਦਾ ਹੈ। ਹਜ਼ਾਰਾਂ ਬ੍ਰਾਹਮਣਾਂ ਛਤਰੀਆਂ ਦਾ, ਹਿੰਦੂਆਂ ਦਾ ਧਰਮ ਭ੍ਰਿਸ਼ਟ ਕਰ ਰਿਹਾ ਹੈ। ਸੰਤਾਂ ਮਹਾਤਮਾ ਗੁਰੂਆਂ ਪੀਰਾਂ ਨੂੰ ਉਹ ਨਹੀਂ ਬਖਸ਼ਦਾ, ਕਿਸੇ ਉੱਤੇ ਵੀ ਉਹ ਰਹਿਮ ਨਹੀਂ ਖਾਂਦਾ। ਉਸ ਦਾ ਨਾਸ਼ ਕਰਨ ਲਈ ਸ੍ਰੀ ਜਗਮਾਤ ਚੰਡਕਾ ਕਾਲੀ ਜੋ ਮੌਤ ਦੀ ਦੇਵੀ ਹੈ, ਜੰਗ ਦੀ ਦੇਵੀ ਹੈ, ਜੋ ਚੰਡੀ ਹੈ, ਉਹ ਅਕਾਲ ਪੁਰਖ ਦੀ ਸ਼ਕਤੀ ਹੈ। ਸਾਧ ਸੰਗਤ ਜੀ ਪਰਮੇਸ਼ਰ ਤਾਂ ਇੱਕੋ ਹੀ ਹੈ, ਉਹਦੀ ਸ਼ਕਤੀ ਵੀ ਇੱਕੋ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਵੀ ਇੱਕੋ ਹੈ, ਪਰਮੇਸ਼ਰ ਦੀ ਸ਼ਕਤੀ ਵੀ ਇੱਕੋ ਹੈ। ਜਿਵੇਂ ਬਿਜਲੀ ਤਾਂ ਇੱਕੋ ਹੀ ਹੈ, ਇਲੈਕਟ੍ਰਿਕ ਪਾਵਰ ਤਾਂ ਇੱਕੋ ਹੀ ਹੈ, ਪਰ ਇਲੈਕਟ੍ਰਿਕ ਪਾਵਰ ਕੰਮ ਕਿੰਨੇ ਕਰਦੀ ਹੈ? ਕਿਤੇ ਪੱਖਾ ਚਲਾ ਰਹੀ ਹੈ, ਕਿਤੇ ਕੂਲਰ, ਕਿਤੇ ਫਰਿੱਜ, ਕਿਤੇ ਹੀਟਰ ਗਰਮੀ ਦੇ ਰਿਹਾ ਤੇ ਕੂਲਰ ਠੰਡਕ ਦੇ ਰਿਹਾ, ਏਸੀ ਠੰਡਕ ਦੇ ਰਿਹਾ। ਪਰ ਅੰਦਰ ਜਿਹੜੀ ਕਲਾ ਵਰਤ ਰਹੀ ਹੈ, ਜਿਹੜੀ ਉਹਦੇ ਅੰਦਰ ਸ਼ਕਤੀ ਵਰਤ ਰਹੀ ਹੈ, ਉਹ ਤਾਂ ਇੱਕੋ ਹੀ ਹੈ ਨਾ। ਉਹ ਜਿਹੜੀ ਸ਼ਕਤੀ ਹੈ ਯੁੱਧ ਦੇ ਰੂਪ 'ਚ ਪ੍ਰਗਟ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲ ਨੂੰ ਧਿਆਨੀ ਪੁਰਸ਼ ਸਮਝਣਗੇ। ਸ਼ੰਕਾਵਾਦੀਆਂ ਨੇ ਤਾਂ ਰੌਲਾ ਹੀ ਪਾਉਣਾ, ਉਹਨਾਂ ਦੇ ਤਾਂ ਗੱਲ ਪੱਲੇ ਪੈਣੀ ਨਹੀਂ। ਤੇ ਅੱਜ ਤੱਕ 150 ਸਾਲ ਵਿੱਚ ਭਾਈ ਸੰਤੋਖ ਸਿੰਘ ਦੀ ਇਸੇ ਕਰਕੇ ਨਿੰਦਾ ਕਰੀ ਜਾਂਦੇ ਆ। ਉਹ ਗੱਲ ਸਮਝ ਨਹੀਂ ਆਈ, ਕਿਉਂਕਿ ਬਿਰਤੀ ਬਹੁਤ ਸਥੂਲ ਹੋ ਚੁੱਕੀ ਹੈ ਲੋਕਾਂ ਦੀ। ਸੋ ਮਹਾਰਾਜ ਸੱਚੇ ਪਾਤਸ਼ਾਹ ਉਸ ਸ਼ਕਤੀ ਨੂੰ ਪ੍ਰਥਮ ਭਗਉਤੀ ਸਿਮਰਕੈ ਜੋ ਆਦ ਸ਼ਕਤੀ ਹੈ। ਨਮੋ ਸ੍ਰੀ ਭਗਉਤੀ ਬੜੈਲੀ ਸਰੋਹੀ ਕਰੇ ਏਕ ਤੇ ਦਵੈ ਸੁਪੱਟ ਹਾਥ ਸੋਹੀ। ਜਿਹੜੀ ਇੱਕ ਤੋਂ ਦੋ ਟੋਟੇ ਕਰ ਦਿੰਦੀ ਹੈ, ਜੰਗ ਦੇ ਮੈਦਾਨ 'ਚ ਸੂਰਮਿਆਂ ਦੇ ਹੱਥਾਂ 'ਚ ਸੋਭਾ ਪਾਉਂਦੀ ਹੈ, ਕਾਇਰਾਂ ਬੁਜ਼ਦਿਲਾਂ ਦੇ ਹੱਥ ਵਿੱਚ ਉਹ ਸੋਭਾ ਨਹੀਂ ਪਾਉਂਦੀ। ਜਿਵੇਂ ਕਵੀਆਂ ਦੇ ਕਲਮ ਹੱਥ ਵਿੱਚ ਸੋਭਾ ਪਾਉਂਦੀ ਹੈ, ਸੂਰਮਿਆਂ ਦੇ ਹੱਥ ਵਿੱਚ ਸ੍ਰੀ ਸਾਹਿਬ ਚੰਡੀ ਪ੍ਰਗਟ ਹੋ ਕੇ ਸੋਭਾ ਪਾਉਂਦੀ ਹੈ। ਮਹਾਰਾਜ ਕਹਿੰਦੇ ਉਹ ਸ਼ਕਤੀ ਨੂੰ ਪ੍ਰਗਟ ਕਰਨਾ ਹੈ। ਤਿਸ ਪੂਜਨ ਕੋ ਹਮ ਚਿਤਵੰਤ, ਉਹਦੀ ਪੂਜਾ ਕਰਨੀ ਚਾਹੁੰਦੇ ਹਾਂ ਅਸੀਂ, ਉਹਨੂੰ ਚਿਤਵਦੇ ਹਾਂ ਵੀ ਉਹ ਸ਼ਕਤੀ ਪ੍ਰਗਟ ਕਰ ਲਈਏ। ਹੁਣ ਯਥਾ ਪ੍ਰਯੋਗ ਮੰਤਰ ਜਪ ਦੇ ਬਲ ਆਗਮ ਨਿਗਮ ਵਿਖੈ ਲਖਿਅੰਤ। ਜਿਵੇਂ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਕਿ ਉਹਦਾ ਮੰਤਰ ਪ੍ਰਯੋਗ ਕਿਵੇਂ ਕਰਨਾ ਹੈ, ਜਪ ਕਿਵੇਂ ਕਰਨਾ ਹੈ, ਸ਼ਕਤੀ ਕਿਵੇਂ ਪ੍ਰਗਟ ਹੋਣੀ ਹੈ। ਤਥਾ ਭਨੋ ਹਮ ਸੰਗ ਸਰਬਹੀ ਜਿਮ ਜਾਣਤ ਹੋ ਸਕਲ ਮਤੰਤ। ਤੁਸੀਂ ਸਾਰੇ ਧਰਮੀ ਕਰਮੀ ਸੰਤੋਖੀ ਜਪੀ ਤਪੀ ਬ੍ਰਾਹਮਣ ਹੋ, ਅਸੀਂ ਤੁਹਾਨੂੰ ਪਰਖ ਲਿਆ ਹੈ। ਜੇ ਤੁਸੀਂ ਜਾਣਦੇ ਹੋ ਤੁਸੀਂ ਸਾਨੂੰ ਦੱਸੋ ਕਿਹੜੇ ਤਰੀਕੇ ਨਾਲ ਚੰਡੀ ਪ੍ਰਗਟ ਕਰ ਸਕਦੇ ਹਾਂ। ਮੁਖਿਆ ਵਿਪਰ ਬਰ ਬਹੁ ਵਿਚਾਰ ਕਰ ਸਤਿਗੁਰ ਸੰਗ ਸੁਨਾਵਨ ਕੀਨ। ਉਸ ਵੇਲੇ ਜਿਹੜੇ ਉਹਨਾਂ ਪੰਡਤਾਂ ਜੋ ਮੁਖੀ ਸਨ ਉਹਨਾਂ ਨੇ ਵਿਚਾਰ ਕਰਕੇ, ਕਿਉਂਕਿ ਜਿਹੜੇ ਵਿਦਵਾਨ ਲੋਕ ਹੁੰਦੇ ਆ ਉਹ ਹਰ ਗੱਲ ਨੂੰ ਬੜਾ ਵਿਚਾਰ ਕੇ ਬੋਲਦੇ ਆ। ਫਿਰ ਵੱਡਿਆਂ ਅਵਤਾਰਾਂ ਦੇ ਸਾਹਮਣੇ ਬੋਲਣਾ ਹੋਵੇ,
ਸ੍ਰੀ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਕਹਿੰਦੇ ਬੜੇ ਵਿਚਾਰ ਕੇ ਉਹਨੇ ਬੇਨਤੀ ਕੀਤੀ। बरनी करन प्रयोग मंत्र को निज कारज साधक बिद पीन। ਕਹਿਣ ਲੱਗੇ ਮਹਾਰਾਜ ਮੰਤਰ ਦੀ ਬਰਨੀ ਜਿਹੜੀ ਹੈ ਪ੍ਰਯੋਗ ਕਰਨਾ, ਮੰਤਰ ਕਿਵੇਂ ਜਪਣਾ ਹੈ, ਕਿੰਨਾ ਜਪਣਾ ਹੈ, ਕਿੰਨੇ ਘੰਟੇ ਜਪਣਾ ਹੈ, ਕਿੰਨੇ ਸਾਲ ਕਿੰਨੇ ਮਹੀਨੇ ਲਈ ਜਪਣਾ ਹੈ, ਇਹ ਜਿੰਨੀ ਵੀ ਵਿਧੀ ਹੈ ਆਪਣੇ ਕਾਰਜ ਨੂੰ ਸਿੱਧ ਕਰਨ ਲਈ ਨਿਜ ਕਾਰਜ ਕੋ ਨਿਜ ਕਾਰਜ ਸਾਧਕ ਬਿਦ ਪੀਨ, ਭਲੀ ਪ੍ਰਕਾਰ ਨਾਲ ਮਜ਼ਬੂਤੀ ਨਾਲ ਆਪਣਾ ਕੰਮ ਪੂਰਾ ਹੋਵੇ, ਇਹ ਜਿਹੜੀ ਸਾਧਨਾ ਕਰਨੀ ਹੈ। इस प्रकार के अब अनेक दिज खोजो प्राप्त होए प्रवीण। ਮਹਾਰਾਜ ਇਸ ਤਰ੍ਹਾਂ ਦੇ ਬ੍ਰਾਹਮਣ ਤਾਂ ਬਹੁਤ ਮਿਲ ਜਾਂਦੇ ਆ, ਬਰਨੀ ਕਰਨ ਵਾਲੇ, ਮੰਤਰ ਕਰਨ ਵਾਲੇ, ਸਾਧਨਾ ਕਰਨ ਵਾਲੇ, ਕਾਰਜ ਦੀ ਸਿੱਧੀ ਲਈ ਵੀ ਜੇ ਕਿਸੇ ਦੇ ਘਰ ਲੜਕਾ ਨਹੀਂ ਹੁੰਦਾ ਇੰਨੇ ਮੰਤਰ ਪੜ੍ਹਨ ਨਾਲ ਪੰਡਤ ਜਾਪ ਕਰੇਗਾ ਹੋ ਜਾਏਗਾ, ਕਿਸੇ ਦਾ ਕੋਈ ਵਿਆਹ ਸ਼ਾਦੀ ਨਹੀਂ ਕੰਮ ਰੁਕਿਆ ਹੋਇਆ, ਕਿਸੇ ਦਾ ਕੋਈ ਹੋਰ ਤਕਲੀਫ ਬਿਮਾਰੀ ਹੈ, ਉਹਦੇ ਵਾਸਤੇ ਮਹਾਰਾਜ ਪੰਡਤਾਂ ਕੋਲ ਮੰਤਰ ਜੰਤਰ ਹਨ ਜਿਹੜੇ ਵੱਖਰੇ ਵੱਖਰੇ ਤਰੀਕੇ ਨਾਲ ਆਪਣਾ ਸਾਧਨਾ ਕਰਦੇ ਨੇ ਤੇ ਉਹ ਆਪਣੇ ਢੰਗ ਨਾਲ ਉਹ ਕਾਰਜ ਦੀ ਸਿੱਧੀ ਕਰ ਲੈਂਦੇ ਨੇ। दोगुण चौगुणी पूजा करबे कारज सद है आप लिहो चीन। ਦੁੱਗਣੀ ਚੌਗਣੀ ਪੂਜਾ, ਜੇ ਮੰਨ ਲਓ ਇੱਕ ਪੂਜਾ ਨਾਲ ਗੱਲ ਨਹੀਂ ਬਣੀ ਦੁੱਗਣੀ ਕਰ ਲਓ, ਦੁੱਗਣੀ ਨਾਲ ਨਹੀਂ ਬਣੀ ਚੌਗਣੀ ਕਰ ਲਓ, ਕਾਰਜ ਸਿੱਧ ਕਰ ਲੈਂਦੇ। ਇਸ ਗੱਲ ਦਾ ਗੁਰੂ ਜੀ ਆਪ ਜੀ ਨੂੰ ਸਾਡੇ ਨਾਲੋਂ ਜ਼ਿਆਦਾ ਗਿਆਨ ਹੈ ਕਿਉਂਕਿ ਆਪ ਜੀ ਵੀ ਸਰਬ ਵਿਦਿਆ ਦੇ ਨਿਧਾਨ ਹੋ, ਅਸੀਂ ਆਪ ਜੀ ਨੂੰ ਕੀ ਦੱਸ ਸਕਦੇ ਹਾਂ। प्रोख देत बर कारज होवत एह तो बात सर्व बन आए। ਪਰ ਇਹ ਗੱਲ ਮਹਾਰਾਜ ਇਸ ਤਰ੍ਹਾਂ ਹੈ ਵੀ ਸ਼ਕਤੀ ਜਿਹੜੀ ਹੈ ਗੁਪਤ ਰੂਪ 'ਚ ਵਰਤਦੀ ਹੈ। ਹੁਣ ਜਿਵੇਂ ਸਾਧ ਸੰਗਤ ਜੀ ਆਪਾਂ ਗੁਰੂ ਮਹਾਰਾਜ ਅਰਦਾਸ ਕਰਦੇ ਹਾਂ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਸਾਡਾ ਇਹ ਕਾਰਜ ਹੈ ਆਪ ਕਿਰਪਾ ਕਰ ਦਿਓ, ਤੇ ਗੁਰੂ ਸਾਹਿਬ ਕਲਾ ਵਰਤਾਉਂਦੇ ਆ, ਆਪਾਂ ਜਿੱਥੇ ਵੀ ਜਾਂਦੇ ਹਾਂ ਕਾਰਜ ਫਤਿਹ ਹੋ ਜਾਂਦਾ। ਹੋਰ ਕੰਮ ਤਾਂ ਗੁਰੂ ਦੀ ਕਿਰਪਾ ਨਾਲ ਹੋ ਗਿਆ, ਪਰ ਜੇ ਹੁਣ ਕਹੀਏ ਵੀ ਉਸ ਦਫ਼ਤਰ ਜਿੱਥੇ ਆਪਾਂ ਗਏ ਆ ਉੱਥੇ ਗੁਰੂ ਗੋਬਿੰਦ ਸਿੰਘ ਜਾ ਕੇ ਕੋਲ ਖਲੋ ਜਾਣ, ਕੋਲ ਖੜੇ ਹੁਣ ਨਜ਼ਰ ਆਉਣ, ਪ੍ਰਤੱਖ ਹੋ ਕੇ ਕੰਮ ਕਰਨ, ਇੱਦਾਂ ਨਹੀਂ ਨਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਪ੍ਰੋਖ ਦੇਤ ਬਰ ਕਾਰਜ ਹੋਵਤ, ਯਾਨੀ ਗੁਪਤ ਰੂਪ ਵਿੱਚ, ਪ੍ਰੋਖ ਦਾ ਮਤਲਬ ਛਿਪ ਕੇ, ਦੇਵਤਾ ਦੇਵੀ ਕੋਈ ਵੀ ਸ਼ਕਤੀ ਹੈ ਛਿਪ ਕੇ ਵਰ ਦਿੰਦੀ ਹੈ ਵੀ ਇਸ ਬੰਦੇ ਨੇ ਮੇਰਾ ਜਾਪ ਕੀਤਾ ਹੈ, ਮੇਰੀ ਪੂਜਾ ਕੀਤੀ ਹੈ ਤੇ ਉਹਦਾ ਕੰਮ ਸਿੱਧ ਹੋ ਜਾਂਦਾ। ਇਹ ਤੋਂ ਬਾਅਦ ਸਰਬ ਬਣਿਆ, ਇਹ ਗੱਲ ਤਾਂ ਸਾਰੇ ਜਾਣਦੇ ਵੀ ਬਣ ਜਾਂਦੀ ਹੈ। ਕਰਨ ਪ੍ਰਤੱਖ ਪਾਮਨੋ ਦਰਸ਼ਨ ਇਹ ਦੁਰਲਭ ਕਿਮ ਹਵੈ ਨਾ ਉਪਾਏ। ਪਰ ਮਹਾਰਾਜ ਪ੍ਰਤੱਖ ਦਰਸ਼ਨ ਕਰਨੇ ਚੰਡੀ ਦੇ, ਸ਼ਕਤੀ ਸਾਹਮਣੇ ਆ ਕੇ ਖਲੋ ਜਾਵੇ, ਇਹ ਦੁਰਲਭ ਹੈ। ਕਿਮ ਹੋਵੇ ਨਾ, ਇਹਦਾ ਕੋਈ ਉਪਾਅ ਨਹੀਂ ਹੋ ਸਕਦਾ। ਖਾਸ ਕਰਕੇ ਕਲਯੁਗ ਦੇ ਵਿੱਚ ਤਾਂ ਮਹਾਰਾਜ ਸੋਚ ਵੀ ਨਹੀਂ ਸਕਦੇ। ਸਤਯੁਗ ਤ੍ਰੇਤਾ ਦੁਆਪਰ ਮਾਹੀ ਮ੍ਰਿਤ ਲੋਕ ਨਹਿ ਬਿਦਤ ਦਿਖਾਏ। ਮਹਾਰਾਜ ਸਤਯੁਗ ਤ੍ਰੇਤਾ ਦੁਆਪਰ ਪਿਛਲੇ ਯੁੱਗਾਂ ਵਿੱਚ ਵੀ ਮਿਰਤੂ ਲੋਕ ਤੇ ਇੰਨੀ ਛੇਤੀ ਦੇਵਤੇ ਪ੍ਰਸੰਨ ਨਹੀਂ ਸੀ ਹੁੰਦੇ ਬਈ ਉਹ ਆ ਕੇ ਸਾਹਮਣੇ ਖਲੋ ਜਾਣ। ਉਦੋਂ ਵੀ ਅਰਦਾਸ ਨਾਲ ਹੀ, ਧਿਆਨ ਨਾਲ ਹੀ ਕਾਰਜ ਦੀ ਸਿੱਧੀ ਹੁੰਦੀ ਸੀ। ਅਬ ਤੋ ਕਲਯੁਗ ਕਹਾਂ ਸਦਾ ਹੈ ਬਿਦ ਹਮਰੇ ਮਨ ਮੈਂ ਇਸ ਬਿਦ ਆਏ। ਸਿਆਣੇ ਪੰਡਤ ਕਹਿਣ ਲੱਗੇ ਮਹਾਰਾਜ ਹੁਣ ਤਾਂ ਕਲਯੁਗ ਹੈ, ਕਲਯੁਗ ਦੇ ਵਿੱਚ ਦੇਵੀ ਚੰਡੀ ਪ੍ਰਤੱਖ ਹੋ ਕੇ ਦਰਸ਼ਨ ਦਵੇ ਤੇ ਇਦਾਂ ਸਿੱਧ ਹੋ ਜਾਵੇ, ਮਹਾਰਾਜ ਨਾਮੁਮਕਿਨ ਹੈ, ਅਸੰਭਵ ਬਾਤ ਹੈ, ਹੋ ਨਹੀਂ ਸਕਦੀ। ਸਾਡੇ ਤਾਂ ਮਹਾਰਾਜ ਹੱਥ ਖੜੇ ਹਨ, ਸਾਨੂੰ ਨਹੀਂ ਸਮਝ ਆਉਂਦੀ ਵੀ ਕਲਯੁਗ ਦੇ ਵਿੱਚ ਦੇਵੀ ਚੰਡੀ ਇਦਾਂ ਸਾਹਮਣੇ ਆ ਕੇ ਦਰਸ਼ਨ ਦੇ ਸਕਦੀ ਹੈ। ਮਹਾਰਾਜ ਸਾਡੇ ਤੋਂ ਇਹ ਨਹੀਂ ਹੋ ਸਕਦਾ। ਆਪ ਸਰਬ ਹੀ ਸਮਰਥ ਧਰਤੇ ਕਹੋ ਚਾਹੋ ਦੁਰਲਭ ਭੀ ਪਾਏ। ਪਰ ਸੱਚੇ ਪਾਤਸ਼ਾਹ ਆਪ ਕਲਯੁਗ ਦੇ ਵਿੱਚ ਅਵਤਾਰ ਹੋ ਪਰਮੇਸ਼ਰ ਦਾ, ਆਪ ਚਾਹੋ ਕਰ ਸਕਦੇ ਹੋ। ਆਖੋ ਸਤਨਾਮ ਸ੍ਰੀ। ਪੰਡਤ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ। ਸਾਧ ਸੰਗਤ ਜੀ ਇੱਥੋਂ ਨੁਕਤਾ ਸਮਝ ਕੇ ਅੱਗੇ ਸਾਰੀ ਕਥਾ ਸਮਝ ਆਉਣੀ ਹੈ। ਜਿਹੜੇ ਇਹਨਾਂ ਪ੍ਰਸੰਗਾਂ ਨੂੰ ਇੱਕਦਮ ਹੀ ਕੰਡੈਮ ਕਰੀ ਜਾਂਦੇ ਆ, ਉਹਨਾਂ ਨੂੰ ਅਜੇ ਇਹ ਪ੍ਰਸੰਗ ਧਿਆਨ ਨਾਲ ਪੜ੍ਹਿਆ ਹੀ ਨਹੀਂ, ਉੱਤੋਂ ਨਿਗਾਹ ਮਾਰ ਲੈਂਦੇ ਆ, ਜਾਂ 10 ਪੰਨੇ 20 ਪੰਨੇ ਸੂਰਜ ਪ੍ਰਕਾਸ਼ ਦੇ ਪਲਟ ਕੇ ਫਿਰ ਅੱਗੋਂ ਕਥਾ ਸ਼ੁਰੂ ਕਰ ਲੈਂਦੇ ਆ। ਨਹੀਂ, ਕਥਾ ਸਾਰੀ ਬਰੀਕੀ ਨਾਲ ਸਮਝੋ, ਟਾਈਮ ਲੱਗਦਾ। ਇਹ ਗੁਰੂ ਦੀ ਮਹਾਂਪੁਰਸ਼ਾਂ ਦੀ ਸੰਤਾਂ ਦੀ ਸੰਗਤ ਕਰੀਏ, ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਸਮਝ ਆਉਂਦੀ। ਦੇਖੋ ਪੰਡਤ ਕਹਿੰਦੇ ਆ ਵੀ ਸਾਡੇ ਵੱਸ ਨਹੀਂ ਹੈ ਚੰਡੀ ਪ੍ਰਗਟ ਕਰਨੀ, ਅਸੀਂ ਇਸ ਕਲਯੁਗ ਦੇ ਵਿੱਚ ਤਾਂ ਆਸ ਹੀ ਨਹੀਂ ਕਰ ਸਕਦੇ। ਤਾਂ ਸਤਯੁਗ ਵਿੱਚ ਵੀ ਬੜਾ ਔਖਾ ਕੰਮ ਸੀ,
ਜਦੋਂ ਸਾਰੇ ਧਰਮੀ ਲੋਕ ਸਨ ਉਦੋਂ ਵੀ ਇਹ ਇੰਨੀ ਛੇਤੀ ਸ਼ਕਤੀ ਸਾਹਮਣੇ ਆ ਕੇ ਖਲੋ ਜਾਵੇ, ਚੰਡੀ ਪ੍ਰਗਟ ਹੋ ਜਾ, ਉਦੋਂ ਵੀ ਨਹੀਂ ਹੁੰਦਾ ਸੀ। ਤੇ ਕਲਯੁਗ ਦੇ ਵਿੱਚ ਤਾਂ ਮਹਾਰਾਜ ਅਸੰਭਵ 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 ਹੈ। ਪਰ ਤੁਸੀਂ ਮਹਾਰਾਜ ਆਪ ਸਰਬ ਹੀ ਸਮਰਥ ਧਰਤੇ, ਤੁਸੀਂ ਸਾਰੀ ਸ਼ਕਤੀ ਧਾਰਨ ਵਾਲੇ ਹੋ। ਕਹੋ ਚਾਹੋ ਦੁਰਲਭ ਵੀ ਪਾਏ, ਜਿਹੜੀ ਨਹੀਂ ਹੋ ਸਕਦੀ ਉਹ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਤੁਸੀਂ ਗੁਰੂ ਨਾਨਕ ਦੀ ਜੋਤ ਹੋ। ਪੂਜਨ ਮੰਤਰ ਪਠਨ ਆਰਾਧਨ ਇੱਕ ਕਾਂਸੀ ਮੈਂ ਹੈ ਦਿਜਰਾਏ। ਬਾਕੀ ਆਪ ਜੀ ਨੇ ਪੁੱਛਿਆ ਵੀ ਕੋਈ ਪੂਜਾ ਕਰਨ ਵਾਲਾ, ਕੋਈ ਹਵਨ ਕਰਨ ਵਾਲਾ, ਕੋਈ ਬਰਨੀ ਕਰਨ ਵਾਲਾ ਪੂਰਾ ਪੰਡਤ ਮਹਾਰਾਜ ਸਾਡੇ 'ਚ ਕੋਈ ਨਹੀਂ। ਅਸੀਂ ਜਿੰਨੇ ਵੀ ਬੈਠੇ ਹਾਂ ਸਾਡੇ ਵੱਸ ਦੀ ਗੱਲ ਨਹੀਂ। ਹਾਂ ਆਪ ਜੀ ਨੂੰ ਦੱਸ ਸਕਦੇ ਹਾਂ, ਕਾਸ਼ੀ ਦੇ ਵਿੱਚ ਇੱਕ ਬੜਾ ਧਰਮੀ ਕਰਮੀ ਪੰਡਤ ਹੈ ਜਿਹੜਾ ਕਿਤੇ ਆਉਂਦਾ ਜਾਂਦਾ ਨਹੀਂ, ਅੰਦਰ ਬਹਿ ਕੇ ਹਰ ਵੇਲੇ ਚੰਡਕਾ ਦਾ ਜਾਪ ਪੂਜਾ ਦੀ ਵਿਧੀ ਨਾਲ ਕਰਦਾ ਹੀ ਰਹਿੰਦਾ ਹੈ। ਕੇਸੋ ਦਾਸ ਨਾਮ ਜਿਸ ਬਿਦਤਿਓ ਅਪਰਨਾ ਸੰਸਰ ਤਿਸ ਕੇ ਕਾਏ। ਉਹਦਾ ਨਾਮ ਕੇਸੋ ਦਾਸ ਹੈ, ਉਹਦੇ ਬਰਾਬਰ ਹੋਰ ਕੋਈ ਪੰਡਤ ਨਹੀਂ ਹੈ। ਜੋ ਆਵੈ ਧਨ ਅਨਗਨ ਪਾਵਹਿ ਕਰਵਾਵਹਿ ਬਿਦ ਜਿਮ ਬਨ ਆਏ। ਜੇ ਉਹ ਆ ਜਾਵੇ, ਉਹ ਬੇਨਤੀ ਮੰਨ ਲਵੇ, ਆਪ ਜੀ ਦੇ ਕੋਲ ਆ ਜਾਵੇ, ਮਾਇਆ ਤਾਂ ਉਹ ਬਹੁਤ ਲਵੇਗਾ, ਦਾਨ ਦਛਨਾ ਤਾਂ ਉਹਨੂੰ ਦੇਣੀ ਪਵੇਗੀ ਬਹੁਤ ਜ਼ਿਆਦਾ, ਤੇ ਉਹ ਚਾਹੇ ਤਾਂ ਹਵਨ ਪੂਜਾ ਤਾਂ ਕਰ ਸਕਦਾ, ਵਿਧੀ ਪ੍ਰਯੋਗ ਕਰ ਸਕਦਾ, ਪਰ ਪ੍ਰਗਟ ਹੋਣ ਦੀ ਗਰੰਟੀ ਉਹ ਮਹਾਰਾਜ ਅਸੀਂ ਤਾਂ ਨਹੀਂ ਦੇ ਸਕਦੇ। ਤੁਸੀਂ ਜਾਣੋ ਤੇ ਪੰਡਤ ਕੇਸੋ ਦਾਸ ਜਾਣੇ। ਜੇ ਰਾਵਰ ਕੇ ਹੈ ਬਹੁ ਲਾਲਸ ਜਿਉ ਕੋ ਕਰਦ ਜਿਲਿਓ ਬੁਲਾਏ। ਜੇ ਆਪ ਜੀ ਨੂੰ ਬਹੁਤਾ ਹੀ ਹੈ ਵੀ ਕਰਨੀ ਹੈ ਚੰਡੀ ਪ੍ਰਗਟ, ਤੇ ਹਵਨ ਪੂਜਾ ਚੰਡੀ ਦੀ ਕਰਨੀ ਹੈ, ਤਾਂ ਮਹਾਰਾਜ ਕੇਸੋ ਦਾਸ ਨੂੰ ਸੱਦ ਲਓ। ਸਾਡੇ ਵਿੱਚੋਂ ਕੋਈ ਵੀ ਜਿੰਨੇ ਅਸੀਂ ਬੈਠੇ ਹੋਏ ਆ ਉਸ ਅਵਸਥਾ ਨੂੰ ਪਹੁੰਚਿਆ ਹੋਇਆ ਨਹੀਂ, ਕਿਉਂਕਿ ਲਗਾਤਾਰ ਕਈ ਘੰਟੇ, ਕਈ ਪੈਰ, ਕਈ ਦਿਨ ਬਹਿਣਾ ਪੈਂਦਾ, ਤੇ ਇੰਨੀ ਸਰੀਰ ਦੀ ਸਾਧਨਾ ਸਾਡੇ ਕੋਲ ਹੋਈ ਨਹੀਂ ਮਹਾਰਾਜ। ਤੁਮ ਸਮਰੱਥ ਅਕਰਨ ਪੇ ਕਰ ਲਿਓ ਅਪਰ ਜੇ ਪੰਡਤ ਕੈ ਨਰ ਰਾਏ। ਮਹਾਰਾਜ ਤੁਸੀਂ ਸਮਰੱਥ ਹੋ, ਜਿਹੜਾ ਨਹੀਂ ਹੋ ਸਕਦਾ ਉਹ ਵੀ ਕਰ ਸਕਦੇ ਹੋ, ਪਰ ਹੋਰ ਕੋਈ ਪੰਡਤ ਜਾਂ ਕੋਈ ਰਾਜਾ ਇਸ ਕਲਯੁਗ ਦੇ ਵਿੱਚ ਚੰਡੀ ਪ੍ਰਗਟ ਕਰਾਉਣ ਦਾ ਹਵਨ ਨਹੀਂ ਕਰਾ ਸਕਦਾ। ਕਰਬੋ ਕਹੂੰ ਰਹਿਓ ਤਿਨਹੂ ਤੇ ਨਹੀਂ ਨਾਮ ਲੈ ਸਕੈ ਲਜਾਏ। ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਮਹਾਰਾਜ, ਚੰਡੀ ਪ੍ਰਗਟ ਕਰਨ ਦੀ ਗੱਲ ਇਹ ਤਾਂ ਬੜੀ ਦੂਰ ਦੀ ਗੱਲ ਹੈ ਮਹਾਰਾਜ। ਕਲਯੁਗ ਦੇ ਰਾਜੇ ਤੇ ਕਲਯੁਗ ਦੇ ਪੰਡਤ ਨਾਮ ਹੀ ਨਹੀਂ ਲੈ ਸਕਦੇ, ਡਰਦੇ ਮਾਰੇ ਵੀ ਜੇ ਚੰਡੀ ਪ੍ਰਗਟ ਦੀ ਗੱਲ ਚੱਲਣੀ ਹੈ ਉੱਥੇ ਖੂਨ ਦੀਆਂ ਨਦੀਆਂ ਵਗਣੀਆਂ, ਉੱਥੇ ਸ਼ਹੀਦੀਆਂ ਹੋਣੀਆਂ, ਉੱਥੇ ਜੰਗ ਯੁੱਧ ਹੋਣੇ ਆ। ਪਹਿਲੀ ਗੱਲ ਦਾ ਡਰਦਾ ਮਾਰਾ ਚੰਡੀ ਦਾ ਨਾਂ ਹੀ ਨਹੀਂ ਕੋਈ ਲੈਂਦਾ। ਆ ਕਈ ਸਾਡੇ ਭਰਾ ਵੀ ਨਾ, ਉਹ ਜੇ ਕੋਈ ਚੰਡੀ ਦਾ ਪਾਠ ਕਰਨ ਲੱਗ ਜਾਵੇ ਤੇ ਉਹਨੂੰ ਰੋਕ ਦਿੰਦੇ ਆ, ਉਹ ਚੰਡੀ ਦੀ ਵਾਰ ਨਾ ਪੜੋ, ਘਰ 'ਚ ਲੜਾਈ ਹੋ ਜਾਏਗੀ। ਡਰਪੋਕ ਲੋਕ ਜੇ ਨੇ, ਬੁੱਝਦਿਲ ਨੇ, ਬਾਣੀ ਤੋਂ ਵੀ ਡਰਦੇ ਨੇ। ਉਸੇ ਤਰ੍ਹਾਂ ਹਿੰਦੂਆਂ ਵਿੱਚ ਵੀ ਸੀਗਾ, ਬਾਹਮਣ ਵੀ ਡਰਦੇ ਸੀ, ਤੇ ਰਾਜੇ ਵੀ ਜਿਹੜੇ ਸੀ ਹਿੰਦੂਆਂ ਦੇ ਉਹ ਵੀ ਡਰਦੇ ਸੀ। ਉਧਰੋਂ ਔਰੰਗਜ਼ੇਬ ਤੋਂ ਡਰਦੇ ਮਾਰੇ ਦੇ ਸਾਹ ਸੁੱਕੇ ਰਹਿੰਦੇ ਸੀ ਹਿੰਦੂ ਰਾਜਿਆਂ ਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਤਾਂ ਇੰਨਾ ਡਰ ਹੈ ਵੀ ਚੰਡੀ ਦਾ ਨਾਂ ਲੈਣ ਤੋਂ ਵੀ ਸਾਹ ਸੁੱਕਦੇ ਨੇ ਲੋਕਾਂ ਦੇ। ਸ਼੍ਰੀ ਕਲਗੀਧਰ ਸੁਨ ਦਿਜ ਗਨ ਤੇ ਲੋਕ ਰੀਤ ਜਿਮ ਭੇ ਹਰ ਖਾਏ। ਆਖੋ ਸਤਨਾਮ ਸ੍ਰੀ ਕਲਗੀਧਰ ਸੁਣ ਦਿਜ ਗਨ ਤੇ। ਪੰਡਤਾਂ ਕੋਲੋਂ ਗੱਲ ਸੁਣ ਕੇ ਨਾ ਲੋਕ ਰੀਤ ਜਿਮ ਭੇ ਹਰ ਖਾਏ, ਜਿਵੇਂ ਲੋਕ ਖੁਸ਼ ਹੁੰਦੇ ਨਾ ਉਦਾਂ ਹੀ ਨਰ ਲੀਲਾ ਤਾਂ ਖੁਸ਼ ਹੋਏ। ਪ੍ਰਗਟ ਦਾ ਅੰਦਰ ਹੈ ਹੀ ਸੀ ਚੰਡੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਡੀ ਦਾ ਅੰਦਰ ਹੀ ਸੀ, ਪ੍ਰਗਟ ਕਰਨੀ ਸੀ। ਕਿਵੇਂ ਕਰਨੀ ਸੀ? ਖਾਲਸੇ 'ਚ ਪ੍ਰਗਟ ਕਰਨੀ ਸੀ, ਸਮਾਜ 'ਚ ਪ੍ਰਗਟ ਕਰਨੀ ਸੀ। ਮਹਾਰਾਜ ਦੇ ਅੰਦਰ ਦਾ ਪ੍ਰਗਟ ਸੀ। ਅੱਜ ਕੱਲ੍ਹ ਕਈ ਸ਼ੰਕਾ ਕਰਦੇ ਨਾ, ਅਖੇ ਜੀ ਗੁਰੂ ਗੋਬਿੰਦ ਸਿੰਘ ਨੂੰ ਕੀ ਲੋੜ ਸੀ ਚੰਡੀ ਪ੍ਰਗਟ ਕਰਨ ਦੀ, ਉਹਦੇ ਆਪ ਹੀ ਅਵਤਾਰ ਸੀਗੇ। ਇਹ ਤਾਂ ਬਿਲਕੁਲ ਠੀਕ ਹੈ, ਉਹ ਆਪ ਅਵਤਾਰ ਸੀ ਤੇ ਚੰਡੀ ਉਹਨਾਂ ਦੇ ਹਿਰਦੇ ਵਿੱਚ ਹੀ ਸੀਗੀ। ਪਰ ਸਮਾਜ ਨੂੰ ਕਿਵੇਂ ਦਿਖਾਣੀ ਹੈ? ਸੰਸਾਰ ਨੂੰ ਤਾਂ ਕੋਈ ਕਿਸੇ ਰੂਪ 'ਚ ਪ੍ਰਤੀਕ ਬਣਾ ਕੇ ਦਿਖਾਉਣਾ ਪੈਂਦਾ ਨਾ। ਜਿਵੇਂ ਸਾਧ ਸੰਗਤ ਜੀ ਕੋਈ ਵੀ ਅੰਦਰਲੀ ਚੀਜ਼ ਹੈ ਉਹ ਬਾਹਰ ਕਰਨੀ ਹੋਵੇ ਤੇ ਉਹਨੂੰ ਕੋਈ ਸ਼ਬਦਾਂ 'ਚ ਬਿਆਨ ਕਰਦੇ ਆ, ਕੋਈ ਤਸਵੀਰ ਬਣਾ ਕੇ ਪੇਸ਼ ਕਰਦੇ ਆ, ਕੋਈ ਗ੍ਰੰਥ ਲਿਖ ਕੇ ਪੇਸ਼ ਕਰਦੇ ਆ, ਕੋਈ ਸਿੰਬੋਲਿਕ ਖੜਾ ਕਰਦੇ ਆ ਮੂਰਤੀਮਾਨ। ਇਹ ਚੀਜ਼ ਹੈ, ਇੱਦਾਂ ਦੀ ਹੈ ਉਹ ਜਿਹੜੀ ਮੂਰਤੀ ਜਾਂ ਕੋਈ ਤਸਵੀਰ ਜਾਂ ਕੋਈ ਗ੍ਰੰਥ ਜਾਂ ਕੋਈ ਕਵਿਤਾ ਜਾਂ ਕੋਈ ਰਚਨਾ ਹੁੰਦੀ ਹੈ, ਉਹ ਕਵੀ ਦੇ ਜਾਂ ਚਿੱਤਰਕਾਰ ਦੇ ਹਿਰਦੇ 'ਚ ਪਹਿਲਾਂ ਹੀ ਹੁੰਦੀ ਹੈ, ਬਾਹਰ ਉਹ ਪ੍ਰਗਟ ਹੁੰਦੀ ਹੈ।
ਲੋਕ ਦੇਖਦੇ ਆ, ਕਹਿੰਦੇ ਆਹਾ ਕੈਸਾ ਸੁੰਦਰ ਚਿੱਤਰ ਬਣਾਇਆ, ਕੈਸੀ ਸੋਹਣੀ ਮੂਰਤ ਬਣਾਈ ਹੈ। ਉਹ ਫਿਰ ਉਹਨੂੰ ਧਿਆਨ ਨਾਲ, ਜਿਹੜੇ ਧਿਆਨ ਨਾਲ ਦੇਖਦੇ ਆ, ਜਿੰਨੇ ਧਿਆਨ ਨਾਲ ਦੇਖਦੇ ਆ ਉਹਨਾਂ ਦੇ ਧਿਆਨ 'ਚ ਚੀਜ਼ ਆਉਂਦੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬੜੀ ਬਰੀਕ ਖੇਡ ਹੈ। ਕਲਗੀਧਰ ਪਾਤਸ਼ਾਹ ਦੇ ਅੰਦਰ ਤਾਂ ਸ਼ਕਤੀ ਪਹਿਲਾਂ ਹੀ ਹੈ, ਪਰ ਉਹ ਸ਼ਕਤੀ ਹੁਣ ਦੁਨੀਆ ਨੂੰ ਦਿਖਾਣੀ ਹੈ ਨਾ, ਇਸ ਕਰਕੇ ਪੰਡਤਾਂ ਨੂੰ ਪੁੱਛਣ ਦਾ ਬਹਾਨਾ ਕਰ ਰਹੇ ਹੈ। ਤੇ ਪੰਡਤਾਂ ਨੇ ਹੱਥ ਖੜੇ ਕਰਤੇ, ਮਹਾਰਾਜ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਅਵਤਾਰੀ ਪੁਰਸ਼ੋ ਕਰ ਸਕਦੇ ਹੋ। ਕੇਸੋ ਦਾਸ ਇੱਕ ਪੰਡਤ ਜ਼ਰੂਰ ਹੈ ਕਾਸ਼ੀ ਵਿੱਚ, ਉਹਦਾ ਜਪ ਤਪ ਹੈ, ਉਹ ਸਾਧਨਾ ਦੇਵੀ ਦੀ, ਚੰਡੀ ਦੀ, ਕਾਲਕਾ ਦੀ ਕਰਦਾ ਰਹਿੰਦਾ। ਜੇ ਉਹਨੂੰ ਬੁਲਾਣਾ ਤਾਂ ਬੁਲਾ ਲਓ, ਪਰ ਮਹਾਰਾਜ ਕਲਯੁਗ ਵਿੱਚ ਨਾ ਕੋਈ ਪੰਡਤ ਇਸ ਕੰਮ ਨੂੰ ਹੱਥ ਪਾਵੇ ਤੇ ਨਾ ਹੀ ਕੋਈ ਰਾਜਾ ਇੰਨਾ ਖਰਚ ਕਰੇ ਤੇ ਨਾ ਸਾਧਨਾ ਕਰੇ, ਕਿਉਂ ਇਕੱਲਾ ਖਰਚ ਨਹੀਂ ਹੋਣਾ, ਲੱਖਾਂ ਰੁਪਈਆ ਚੰਡੀ ਦੀ ਪੂਜਾ ਤੇ ਖਰਚ ਹੋਣਾ। ਖਰਚ ਤੋਂ ਇਲਾਵਾ ਜਿਹਨੇ ਖਰਚ ਕਰਨਾ ਉਹਨੂੰ ਆਪਣਾ ਸਰੀਰ ਵੀ ਸਾਧਣਾ ਪੈਣਾ ਤੇ ਆਪਣਾ ਮਨ ਵੀ ਸਾਧਣਾ ਪੈਣਾ। ਤਨ ਮਨ ਸਾਧੇ ਤੋਂ ਬਿਨਾਂ ਇਹ ਕਾਰਜ, ਰਾਜੇ ਕਲਯੁਗ ਦੇ ਭੋਗੀ 100 ਰਾਣੀਆਂ ਰੱਖੀਆਂ ਹੋਈਆਂ, ਹਰਮਾਂ 'ਚ ਖੇਡਦੇ ਨੇ, ਉਹਨਾਂ ਨੂੰ ਤੇ ਵਿਸ਼ੇ ਵਿਕਾਰਾਂ ਤੋਂ, ਸ਼ਰਾਬਾਂ ਕਬਾਬਾਂ ਤੋਂ ਵੇਲ ਨਹੀਂ, ਚੰਡੀ ਕਹਿੰਦੇ ਪ੍ਰਗਟ ਕਰ ਲੈਣੀ ਮਹਾਰਾਜ ਕਲਯੁਗ ਦੇ ਵਿੱਚ। ਇਸ ਕਰਕੇ ਆਪ ਜੀ ਚਾਹੋ ਜੋ ਮਰਜ਼ੀ ਕਰੋ, ਪਰ ਇਹ ਕੰਮ ਬੜਾ ਔਖਾ ਹੈ। ਦੋਹਰਾ ਉਠੇ ਪ੍ਰਭੂ ਮਜਲਸ ਤਜੀ, ਮੰਦਰ ਪ੍ਰਵਸੇ ਜਾਏ। ਸਤਿਗੁਰੂ ਪੰਡਤਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਉੱਠੇ ਹਨ ਤੇ ਆਪਣੇ ਮਹਿਲਾਂ ਵਿੱਚ ਜਾ ਪ੍ਰਵੇਸ਼ ਕੀਤਾ ਹੈ। ਨਿਜ ਨਿਜ ਥਲ ਸਿੱਖ ਦਾਸ ਤਿਜ, ਪਹੁੰਚੇ ਬਹੁ ਜਸ ਗਾਏ। ਔਰ ਪੰਡਤ ਅਤੇ ਸਿੱਖ ਅਤੇ ਸੇਵਾਦਾਰ ਵੀ ਆਪਣੇ ਆਪਣੇ ਸਥਾਨਾਂ ਤੇ ਚਲੇ ਗਏ ਨੇ। ਹੁਣ ਅੱਗੇ ਸਤਿਗੁਰੂ ਪਾਤਸ਼ਾਹ ਚੰਡੀ ਨੂੰ ਪ੍ਰਗਟ ਕਰਨ ਦਾ ਜੋ ਕੌਤਕ ਕਰਨਗੇ ਉਹ ਬੜਾ ਅਚਰਜ ਹੈ। ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ। ਉਹ ਮਹਾਰਾਜ ਸੱਚੇ ਪਾਤਸ਼ਾਹ ਜੰਗ ਯੁੱਧ ਦਾ ਸਮਾਂ ਬਣਿਆ, ਭਾਰਤ ਭੂਮੀ ਤੋਂ ਗੁਲਾਮੀ ਦਾ ਭਾਰ ਲਾਉਣ ਵਾਸਤੇ, ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਧਰਮ ਦੀ ਰਾਖੀ ਵਾਸਤੇ, ਯਮਨਾ ਮਲੇਸ਼ਾਂ ਤੁਰਕਾਂ ਦਾ ਨਾਸ਼ ਕਰਨ ਲਈ ਕਿਸ ਪ੍ਰਕਾਰ ਖਾਲਸਾ ਪੰਥ ਦੀ ਸਿਰਜਣਾ ਕਰਨਗੇ, ਉਹ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ, ਨਾਥ ਸਖੇ ਦੀਨ, ਹੇ ਸਮਰੱਥ ਅਗੰਮ।